ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਜੀ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। 21 ਮਾਰਚ ਦਾ ਦਿਨ ਜਦੋਂ ਵੀ ਆਉਂਦਾ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਇਸ 21 ਮਾਰਚ ਨੂੰ ਕੀ ਯਾਦ ਆਉਂਦਾ ਹੈ। ਇਹ ਉਹ 21 ਮਾਰਚ ਹੈ ਜਿਹਨੂੰ ਸ਼ਾਇਦ ਅਸੀਂ ਸਾਰੇ ਕਦੀ ਵੀ ਨਹੀਂ ਭੁੱਲ ਸਕਦੇ, ਕਿਉਂਕਿ ਜਦੋਂ ਵੀ ਇਹਦੀ ਹਿਸਟਰੀ ਫਰੋਲੋ ਤਾਂ ਇਹਦੇ ਵਿੱਚ ਉਹ ਚੀਜ਼ ਯਾਦ ਆਉਂਦੀ ਹੈ ਜਿਹੜੀ ਹਰ ਦਿਨ ਅਸੀਂ ਸਾਰੇ ਆਪਣੇ ਆਲੇ ਦੁਆਲੇ ਹੁੰਦੀ ਅੱਜ ਵੀ ਦੇਖਦੇ ਹਾਂ। ਨਸਲੀ ਵਿਤਕਰੇ, ਹੇਟ ਕ੍ਰਾਈਮ, ਇਹ ਕਦੀ ਵੀ ਜੜ ਖਤਮ ਨਹੀਂ ਹੋ ਸਕੀ। ਇਹਨੂੰ ਠੀਕ ਕਰਨ ਦੀਆਂ, ਇਹਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਜਿਹੜੀਆਂ ਨੇ ਉਹ ਸਾਰੇ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਨੇ। ਸਾਊਥ ਅਫਰੀਕਾ ਦੇ ਵਿੱਚ 1960 ਦੇ ਵਿੱਚ ਜੋ ਹੋਇਆ, ਰੰਗ ਭੇਦ ਕਰਕੇ ਕਿੰਨੇ ਲੋਕ ਜਿਹੜੇ ਨੇ ਇਸ ਵਿਤਕਰੇ ਦਾ ਸ਼ਿਕਾਰ ਹੋਏ, ਉਹਨੂੰ ਸਭ ਤੋਂ ਵੱਡਾ ਕਤਲੇਆਮ ਮੰਨਿਆ ਗਿਆ, ਜਿਹਨੂੰ ਖਤਮ ਕਰਨ ਦੇ ਲਈ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਤੇ ਇਸੇ ਲਈ 21 ਮਾਰਚ ਦੇ ਦਿਨ ਨੂੰ ਜਦੋਂ ਐਲਾਨ ਕੀਤਾ ਗਿਆ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 1966 ਦੇ ਵਿੱਚ ਇੰਟਰਨੈਸ਼ਨਲ ਡੇ ਫॉर द एलिमिनेशन ऑफ रेशियल डिस्क्रिमिनेशन, यानी कि नस्ली वितकरे ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ। ਇਹ ਜਦੋਂ ਵੀ 21 ਮਾਰਚ ਆਉਂਦੀ ਹੈ ਤਾਂ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਇਸ ਮੌਕੇ ਦੇ ਉੱਤੇ ਸੈਮੀਨਾਰਸ ਹੁੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਨੇ, ਡਿਸਕਸ਼ਨਸ ਹੁੰਦੀਆਂ ਨੇ ਬਹੁਤ ਜ਼ਿਆਦੀਆਂ ਤੇ ਕਈ ਵਾਰੀ ਕੋਈ ਨਾ ਕੋਈ ਨਵੇਂ ਤੇ ਵੱਡੇ ਪ੍ਰੋਗਰਾਮਸ ਜਿਹੜੇ ਨੇ ਕਈ ਦੇਸ਼ਾਂ ਦੇ ਵੱਲੋਂ ਇਹਦੇ ਲਈ ਐਲਾਨ ਕਰ ਦਿੱਤੇ ਜਾਂਦੇ ਨੇ। ਪਰ ਅੱਜ ਅਸੀਂ ਖੜੇ ਕਿੱਥੇ ਹਾਂ ਕਿ ਅੱਜ ਇਹ ਹੇਟ ਕ੍ਰਾਈਮ, ਇਹ ਨਸਲੀ ਵਿਤਕਰੇ ਸਾਡੇ ਵਿੱਚੋਂ ਖਤਮ ਹੋ ਚੁੱਕੇ ਨੇ। ਓਵਰਆਲ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹ ਨਸਲੀ ਵਿਤਕਰੇ, ਹੇਟ ਕ੍ਰਾਈਮ ਦਾ ਸ਼ਿਕਾਰ ਹਰ ਤਬਕਾ, ਹਰ ਲੋਕ ਹੋ ਰਹੇ ਨੇ। ਇਹਨੂੰ ਖਤਮ ਕਰਨ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਗੱਲਾਂ ਹੁੰਦੀਆਂ ਨੇ, ਬਹੁਤ ਸਾਰੇ ਇਹਦੇ 'ਤੇ ਸ਼ੋਅ ਵੀ ਕੀਤੇ ਜਾਂਦੇ ਨੇ, ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਸੈਮੀਨਾਰਸ ਹੁੰਦੇ ਨੇ ਤਾਂ ਕਿ ਕਿਤੇ ਨਾ ਕਿਤੇ ਇਹਨੂੰ ਖਤਮ ਕੀਤਾ ਜਾ ਸਕੇ। ਪਰ ਇਹ ਸਾਡੇ ਸਾਰਿਆਂ ਦੇ ਅੰਦਰ ਹੈ, ਅੰਦਰੋਂ ਵੀ ਇਹਨੂੰ ਮੁਕਾਉਣਾ ਪਏਗਾ। ਇਹਦੇ ਉੱਤੇ ਅੱਜ ਗੱਲ ਕਰਾਂਗੇ ਕਿ ਆਖਿਰਕਾਰ ਇਹ ਇੰਨੇ ਮਾਮਲੇ ਵਧਨੇ ਤੇ ਅੱਜ ਅਸੀਂ 1960 1966 ਤੋਂ ਬਾਅਦ ਕਿੱਥੇ ਸਟੈਂਡ ਕਰਦੇ ਹਾਂ ਇਹਨਾਂ ਮਾਮਲਿਆਂ ਦੇ ਵਿੱਚ। ਸਾਡੇ ਨਾਲ MLA ਰਚਨਾ ਸਿੰਘ ਜੀ ਜੁੜੇ ਹੋਏ ਨੇ। MLA ਰਚਨਾ ਸਿੰਘ ਜੀ ਨੂੰ ਤਾਂ ਅਸੀਂ ਸਾਰੇ ਜਾਣਦੇ ਹੋ, ਪਾਰਲੀਮਾਨੀ ਸਕੱਤਰ ਵੀ ਹੈਗੇ ਨੇ। ਉਹ ਐਂਟੀ ਰੇਸਿਜ਼ਮ ਜਿਹੜੇ ਨੇ ਇਨੀਸ਼ੀਏਟਿਵਸ ਦੇ ਲਈ, ਤੇ ਉਹ ਹਮੇਸ਼ਾ ਰੇਸਿਸਟ ਮਾਮਲਿਆਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਦੇ ਨੇ। ਕੋਈ ਡਿਸਕਸ਼ਨ ਹੁੰਦੀ ਹੈ, ਕੋਈ ਵੀ ਚੀਜ਼ ਹੁੰਦੀ, ਕਿਸੇ ਤਬਕੇ ਨਾਲ ਵੀ ਜਦੋਂ ਰੇਸਿਜ਼ਮ ਹੁੰਦਾ ਤਾਂ ਰਚਨਾ ਸਿੰਘ ਜੀ ਉਹਦੇ ਵਿੱਚ ਜ਼ਰੂਰ ਜਿਹੜਾ ਹੈ ਪਾਰਟੀਸਪੇਟ ਕਰਦੇ ਨੇ। ਉਹ ਇਨਸਾਫ ਦਿਵਾਉਣ ਦੇ ਲਈ ਪ੍ਰੋਗਰਾਮ ਇਹਨਾਂ ਦੇ ਉੱਤੇ ਜਿਹੜੇ ਨੇ ਲਾਂਚ ਕੀਤੇ ਜਾਂਦੇ ਨੇ, ਉਹਨਾਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਦੇ ਰਹਿੰਦੇ ਨੇ। ਉਹਨਾਂ ਨਾਲ ਅੱਜ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਹੀ ਦੱਸ ਦਈਏ ਕਿ ਜਿਹੜੇ ਸਟੈਟਿਕਸ ਆਏ ਨੇ ਖਾਸ ਕਰਕੇ BC ਦੇ, ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਨੇ। ਕੋਵਿਡ ਦੇ ਦਿਨਾਂ ਦੇ ਵਿੱਚ ਜਦੋਂ ਦਾ ਕੋਵਿਡ ਸ਼ੁਰੂ ਹੋਇਆ, ਇਹ ਨਸਲੀ ਵਿਤਕਰੇ, ਇਹ ਹੇਟ ਕ੍ਰਾਈਮ ਸਭ ਤੋਂ ਜ਼ਿਆਦਾ ਵਧੇ BC ਦੇ ਵਿੱਚ। ਇਸ ਤੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਰਚਨਾ ਜੀ ਜੁੜੇ ਹੋਏ ਨੇ। ਰਚਨਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋ। ਥੈਂਕ ਯੂ ਸ਼ੈਰੀ, ਆਲਵੇਜ਼ ਅ ਪਲੇਜ਼ਰ ਟੂ ਬੀ ਔਨ ਯੋਰ ਸ਼ੋ। ਜੀ ਰਚਨਾ ਜੀ, ਬਹੁਤ ਹੀ ਅਹਿਮ ਮੁੱਦਾ ਜਿਸ ਤੇ ਅਸੀਂ ਗੱਲ ਜਿਹੜੀ ਅੱਜ ਕਰਨ ਜਾ ਰਹੇ ਹਾਂ, ਔਰ ਤੁਸੀਂ ਇਸ ਦੇ ਉੱਤੇ ਜਿੰਨਾ ਹੁਣ ਤੱਕ ਕੰਮ ਕਰਦੇ ਹੋ ਰਚਨਾ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ 1960 1966 ਤੋਂ ਬਾਅਦ ਅੱਜ ਅਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹਾਂ? ਸ਼ਰੀ, ਤੁਸੀਂ ਬਹੁਤ ਹੀ ਅੱਛੀ ਇੰਟਰੋਡਕਸ਼ਨ ਦਿੱਤੀ ਜਿਹੜਾ ਅੱਜ ਦੇ ਦਿਨ ਦੀ ਸਿਗਨੀਫੀਕੈਂਸ ਦੇ ਬਾਰੇ। ਜਿਹੜਾ ਰੇਸਿਜ਼ਮ ਹੈਗਾ, ਜੇ ਅਸੀਂ ਗਲੋਬਲੀ ਦੇਖੀਏ ਤੇ ਇੱਕ ਬਹੁਤ ਹੀ ਪ੍ਰੀਵੇਲੈਂਟ ਚੀਜ਼ ਹੈਗੀ ਹੈ। ਔਰ ਜੇ ਮੈਂ ਕੈਨੇਡਾ ਦੇ ਸੰਦਰਭ ਵਿੱਚ ਕਹਾਂ ਤੇ ਰੇਸਿਜ਼ਮ ਜਿਹੜੀ ਕੈਨੇਡਾ ਦੀ ਜਿਹੜੀ ਬੁਨਿਆਦ ਹੀ ਸੀਗੀ, ਉਹ ਰੇਸਿਜ਼ਮ ਦੇ ਉੱਤੇ ਹੀ ਸਥਾਪਿਤ ਹੋਈ ਹੈ। ਜਿਹੜੀ ਅਸੀਂ ਕੋਲੋਨਾਈਜੇਸ਼ਨ ਜਦ ਕਹਿੰਦੇ ਹਾਂ, ਜਿਹੜੇ ਇੰਡੀਜਨਸ ਲੋਕਾਂ ਦੀ ਕੋਲੋਨਾਈਜੇਸ਼ਨ ਹੋਈ, ਉਹਨਾਂ ਨਾਲ ਜਿਹੜਾ ਵਿਤਕਰਾ ਹੋਇਆ, ਉਹਨਾਂ ਨੂੰ ਸਮਝਿਆ ਗਿਆ ਕਿ ਉਹ ਕਿਸੇ ਤਰ੍ਹਾਂ ਨਾਲ ਇਨਫੀਰੀਅਰ ਹੈਗੇ ਹੈ ਗੋਰਿਆਂ ਦੇ ਮੁਕਾਬਲੇ। ਤੇ ਰੈਜ਼ੀਡੈਂਸ਼ੀਅਲ ਸਕੂਲਸ ਦੀ ਸਾਨੂੰ ਹਿਸਟਰੀ ਪਤਾ ਹੈਗੀ ਹੈ, ਉਹਨਾਂ ਦਾ ਸਾਰਾ ਕਲਚਰ, ਉਹਨਾਂ ਤੋਂ ਖੋਹਣ ਬਾਰੇ ਜਿਹਦਾ ਟਰਾਮਾ ਉਹ ਅੱਜ ਵੀ ਸਹਿ ਰਹੇ ਹੈਗੇ। ਔਰ ਜਿਹੜਾ ਮੈਂ ਕੈਨੇਡਾ ਜਿਹੜਾ ਇੱਕ ਮੁਲਕ ਮੰਨਿਆ ਜਾਂਦਾ ਹੈ, ਬਹੁਤ ਹੀ ਮਲਟੀਕਲਚਰਲ ਮੁਲਕ ਹੈ ਔਰ ਬਹੁਤ ਡਿਵਰਸ ਮੁਲਕ ਹੈ, ਕਿਉਂਕਿ ਅਸੀਂ ਬਹੁਤ ਥਾਵਾਂ ਤੋਂ ਲੋਕੀ ਇੱਥੇ ਆਉਂਦੇ ਹੈਗੇ ਹੈ ਔਰ ਲੋਕਾਂ ਨੇ ਬਹੁਤ ਜ਼ਿਆਦਾ ਅਚੀਵਮੈਂਟਸ ਵੀ ਕੀਤੀਆਂ। ਜੇ ਕੋਈ ਮੇਰੇ ਵਰਗੇ ਬੰਦੇ ਨੂੰ ਵੀ ਜਦ ਦੇਖਦਾ ਹੈ, ਜਦ ਮੈਂ ਰੇਸਿਜ਼ਮ ਦੇ ਉੱਤੇ ਗੱਲ ਕਰਦੀ ਹਾਂ, ਲੋਕੀ ਕਈ ਵਾਰ ਕੁਐਸਚਨ ਕਰਦੇ ਹਨ ਕਿ ਰਚਨਾ ਤੁਸੀਂ ਕਿਵੇਂ ਗੱਲ ਕਰ ਰਹੇ ਹੋ ਰੇਸਿਜ਼ਮ ਦੇ ਉੱਤੇ? ਤੁਸੀਂ ਇੱਕ ਇਮੀਗ੍ਰੈਂਟ ਬਣ ਕੇ ਆਏ, 16 ਸਾਲ ਬਾਅਦ ਤੁਸੀਂ MLA ਬਣ ਗਏ ਇਸ ਮੁਲਕ ਵਿੱਚ, ਕਿਹੜੇ ਹੋਰ ਮੁਲਕ ਵਿੱਚ ਇਹ ਪੋਸੀਬਲ ਹੈਗਾ? ਸੋ ਆਈ ਵੁੱਡ ਸੇ ਕਿ ਦੇਅਰ ਆਰ ਗੁੱਡ ਥਿੰਗਸ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਕਾਲਨਾ ਕੀਤੀ ਹੈਗੀ, ਉਹਦੇ ਕਰਕੇ ਅਚੀਵਮੈਂਟਸ ਵੀ ਬਹੁਤ ਨੇ। ਪਰ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਰੇਸਿਜ਼ਮ ਹੈ, ਜਿਹੜਾ ਨਸਲੀ ਵਿਤਕਰਾ ਹੈਗਾ, ਜਿਹੜਾ ਨੰਗਾ ਚਿੱਟਾ ਤੁਸੀਂ ਨਸਲਵਾਦ, ਹੁਣ ਜਿਵੇਂ ਅਸੀਂ ਸਰੀ ਵਰਗੇ ਸ਼ਹਿਰ 'ਚ ਰਹਿ ਰਹੇ ਹੈਗੇ ਆ ਜਾਂ BC ਦੇ ਕਿਸੇ ਹੋਰ ਸ਼ਹਿਰ 'ਚ ਵੀ ਚਲ ਜਾਂਦੇ ਹਾਂ, ਨੰਗਾ ਚਿੱਟਾ ਰੇਸਿਜ਼ਮ ਸਾਨੂੰ ਉਸ ਤਰ੍ਹਾਂ ਨਹੀਂ ਮਿਲਦਾ ਹੈਗਾ। ਹਾਲਾਂਕਿ ਕੋਵਿਡ ਦੇ ਦਿਨਾਂ ਵਿੱਚ ਜਿਹੜੀ ਆਪਾਂ ਫਿਰ ਗੱਲ ਕਰਾਂਗੇ, ਉਹਦਾ ਵੀ ਸਾਨੂੰ ਕਾਫੀ ਜ਼ਿਆਦਾ ਉਹਦੇ ਐਗਜ਼ਾਮਪਲਸ ਮਿਲੇ ਹੈਗੇ ਉਸ ਰੇਸਿਜ਼ਮ ਦੇ ਵੀ। ਪਰ ਜਿਹੜਾ ਸਿਸਟਮਸ ਦੇ ਵਿੱਚ ਰੇਸਿਜ਼ਮ ਬੜਿਆ ਹੋਇਆ, ਜਿਹੜਾ ਇੰਬੈਡਿਡ ਹੈਗਾ ਸਿਸਟਮਸ ਦੇ ਵਿੱਚ, ਸਿਸਟਮ ਕਿਸੇ ਨਾ ਕਿਸੇ ਤਰ੍ਹਾਂ ਜੈਸੇ ਅਸੀਂ ਸਿਸਟਮ ਨਾਲ ਡੀਲ ਕਰਦੇ ਹੈਗੇ ਆ, ਉਹ ਇਟ ਇਜ਼ ਨਾਟ ਪਰਸਨਲ ਬਟ ਇਟ ਇਜ਼ ਸੋ ਸਿਸਟੈਮਿਕ ਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਰੰਗਦਾਰ ਲੋਕੀ ਹੈਗੇ ਆ, ਬੇਸ਼ੱਕ ਉਹ ਇੰਡੀਜਨਸ ਬਲੈਕ ਜਾਂ ਰੰਗਦਾਰ ਲੋਕੀ, ਉਹਨਾਂ ਨੂੰ ਜਿਹੜਾ ਐਕਸੈਸ ਮਿਲ ਰਿਹਾ ਉਹ ਸਰਵਿਸਿਜ਼ ਨੂੰ, ਉਹਦੇ ਵਿੱਚ ਵੀ ਵਿਤਕਰਾ ਹੈ। ਬੇਸ਼ੱਕ ਉਹ
ਹੈਲਥ ਕੇਅਰ ਸਰਵਿਸਿਜ਼ ਹੋਣ, ਪੁਲਿਸਿੰਗ ਹੋਵੇ, ਹੋਰ ਵੀ ਜੌਬਾਂ ਦੀ ਵੀ ਅਸੀਂ ਜੇ ਗੱਲ ਕਰੀਏ ਤੇ ਜੌਬਾਂ ਜੇ ਤੁਸੀਂ ਟੌਪ ਜਿਹੜੀਆਂ ਜੌਬਾਂ ਦੇਖੋਗੇ ਕਿਹੜੇ ਲੋਕਾਂ ਨੂੰ ਉੱਥੇ ਦੇਖਦੇ ਹੈਗੇ ਹੈ ਨਾ। ਔਰ ਸੋ ਦਿਸ ਇਜ਼ ਸਿਸਟੈਮਿਕ ਐਂਡ ਵੀ ਨੀਡ ਟੂ ਵਰਕ ਔਨ ਦਾ ਸਿਸਟੈਮਿਕ। ਨਾਲ ਹੀ ਨਾਲ ਜਿਹੜਾ ਅੱਜ ਕੱਲ੍ਹ ਕੋਵਿਡ ਦੇ ਸੰਦਰਭ ਵਿੱਚ ਜਿਹੜਾ ਸਪੈਸ਼ਲੀ ਜਿਹੜਾ ਐਂਟੀ ਏਸ਼ੀਅਨ ਹੇਟ ਕ੍ਰਾਈਮ ਵਧਿਆ ਹੈਗਾ, ਜਿਹੜੀ ਰਿਪੋਰਟ ਆਈ ਹੈ ਜਿਹੜੀ ਕਿ ਬਹੁਤ ਹੀ ਚਿੰਤਾਜਨਕ ਰਿਪੋਰਟ ਹੈਗੀ ਹੈ, ਦੈਟ ਇਜ਼ ਆਲਸੋ ਇਟ ਇਜ਼ ਨਾਟ ਜਸਟ ਕਿ ਕੋਵਿਡ ਆਇਆ ਤੇ ਉਹਦੇ ਨਾਲ ਨਸਲਵਾਦ ਵੱਧ ਗਿਆ। ਨਸਲਵਾਦ ਹਮੇਸ਼ਾ ਤੋਂ ਹੀ ਉੱਤੇ ਸੀਗਾ। ਜਦੋਂ ਵੀ ਕੋਈ ਕ੍ਰਾਈਸਿਸ ਸਿਚੁਏਸ਼ਨ ਹੁੰਦੀ ਹੈ ਉਹਦੇ ਸਾਨੂੰ ਜਿਹੜਾ ਗੰਦਾ ਰੂਪ ਦੇਖਣ ਨੂੰ ਮਿਲਦਾ ਹੈ। ਬਿਲਕੁਲ ਰਚਨਾ ਜੀ, ਐਸਥੈਟਿਕਸ ਦੇ ਉੱਤੇ ਮੈਂ ਜ਼ਰੂਰ ਗੱਲ ਕਰਾਂਗੀ। ਇਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਕਿ ਸੈਮੀਨਾਰਸ ਹੁੰਦੇ ਨੇ, ਇਹ 21 ਮਾਰਚ ਨੂੰ ਜਦੋਂ ਐਲਾਨਿਆ ਗਿਆ ਸੀਗਾ ਤੇ ਇਹਦਾ ਬੜਾ ਖਾਸ ਮਕਸਦ ਸੀਗਾ ਓਵਰਆਲ ਸਾਰੇ ਦੇਸ਼ਾਂ ਦੇ ਵਿੱਚ ਕਿ ਇਹਨੂੰ ਖਤਮ ਕਰਨਾ ਹੈ, ਇਹਦੇ ਖਾਤਮੇ ਲਈ ਇਹ ਦਿਨ ਐਲਾਨਿਆ ਜਾਵੇ ਤੇ ਨਾਲ ਹੀ ਉਹਨਾਂ ਸਾਊਥ ਅਫਰੀਕਾ ਦੇ ਵਿੱਚ ਜੋ ਹੋਇਆ, ਜਿਹੜੇ ਰੰਗ ਭੇਦ ਦਾ ਸ਼ਿਕਾਰ ਹੋਏ, ਉਹਨਾਂ ਦੀ ਯਾਦ ਦੇ ਵਿੱਚ ਤੇ ਬਾਕੀ ਇਸ ਦਾ ਖਾਤਮਾ ਕਰਨ ਦੇ ਲਈ ਕਿ ਹੋਰ ਦੇਸ਼ 'ਚ ਦੁਬਾਰਾ ਘਟਨਾ ਵਾਪਰੇ ਨਾ, ਇਹ ਦੁਬਾਰਾ ਨਾ ਸੁਣਨਾ ਪਵੇ। ਪਰ ਇਹ ਮਾਮਲੇ ਜਦੋਂ ਅਸੀਂ ਦੇਖਦੇ ਹਾਂ, ਨੋ ਡਾਊਟ ਇਹ ਖਤਮ ਤਾਂ ਨਹੀਂ ਹੋ ਰਹੇ, ਪਰ ਹਾਂ ਇਹਨਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜ਼ਰੂਰ ਕੀਤੀਆਂ ਜਾਂਦੀਆਂ ਨੇ। ਸੈਮੀਨਾਰਸ ਹੁੰਦੇ ਨੇ, ਡਿਬੇਟਸ ਹੁੰਦੀਆਂ ਨੇ, ਪ੍ਰੋਗਰਾਮ ਐਲਾਨੇ ਜਾਂਦੇ ਨੇ। ਅੱਜ ਵੀ ਅਸੀਂ ਇਹਦੇ ਉੱਤੇ ਗੱਲ ਕਰ ਰਹੇ ਹਾਂ, ਇਹ ਗੱਲਾਂ ਤਾਂ ਹੋ ਰਹੀਆਂ ਨੇ। ਕੀ ਲੱਗਦਾ ਕਿ ਇਹ ਸਫੀਸ਼ੀਐਂਟ ਹੈ, ਵਰਕ ਕਰ ਰਿਹਾ ਹੈ ਸਭ ਕੁਝ? ਨਹੀਂ, ਮੈਂ ਕਹੂੰਗੀ ਕਿ ਇੱਕ ਦਿਨ ਜਦ ਅਸੀਂ ਇੱਕ ਦਿਨ ਤੋਂ ਕਿਸੇ ਵੀ ਦਿਨ ਨੂੰ ਜਦ ਅਸੀਂ ਇੱਕ ਸੋਚੀਏ ਕਿ ਸਿਰਫ ਅੱਜ ਦਿਨ ਅਸੀਂ ਗੱਲ ਕਰ ਲਾਂਗੇ ਐਂਡ ਪੂਰਾ ਜਿਹੜੇ 364 ਦਿਨ ਹੈਗੇ ਆ ਉਸ ਦਿਨ ਅਸੀਂ ਗੱਲ ਨਹੀਂ ਕਰਾਂਗੇ ਔਰ ਕੋਈ ਐਕਸ਼ਨ ਪਲਾਨ ਨਹੀਂ ਕ੍ਰੀਏਟ ਕਰਾਂਗੇ, ਦਿਸ ਪ੍ਰੋਬਲਮ ਵੋਂਟ ਗੈਟ ਰਿਜ਼ੋਲਵਡ। ਇਹਦੇ ਲਈ ਇੱਕ ਵਿਲ ਚਾਹੀਦੀ ਹੈ। ਕੋਈ ਵੀ ਚੀਜ਼ ਨੂੰ, ਬੇਸ਼ੱਕ ਅਸੀਂ ਜੈਂਡਰ ਐਕੁਇਟੀ ਦੀ ਜਦ ਗੱਲ ਕਰਦੇ ਹਾਂ, ਹੁਣੇ ਇੰਟਰਨੈਸ਼ਨਲ ਵੂਮਨਸ ਡੇ ਸੀਗਾ, ਜਾਂ ਕਿਸੇ ਵੀ ਚੀਜ਼ ਨੂੰ ਕਿਤੇ ਬਰਾਬਰਤਾ ਲਿਆਉਣ ਦੀ ਜਦ ਅਸੀਂ ਗੱਲ ਕਰਦੇ ਹਾਂ, ਐਕੁਇਟੀ ਲਿਆਉਣ ਦੀ ਗੱਲ ਕਰਦੇ ਹਾਂ, ਉਹ ਕੰਕਰੀਟ ਐਕਸ਼ਨ ਪਲਾਨ ਨਾਲ ਹੋਣੀ ਚਾਹੀਦੀ ਹੈ, ਉਹ ਕੋਈ ਥਿਊਰੀ 'ਚ ਨਹੀਂ ਹੋਣੀ ਚਾਹੀਦੀ। ਤੇ ਇੱਕ ਸਰਕਾਰਾਂ ਦਾ ਬਹੁਤ ਵੱਡਾ ਰੋਲ ਇਹਦੇ ਵਿੱਚ ਸ਼ਹਿਰੀ ਸਰਕਾਰਾਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੀਆਂ ਕਿ ਜੀ ਇਹ ਤਾਂ ਸੁਸਾਇਟੀ ਵਿੱਚ ਇਹ ਹੋ ਰਿਹਾ ਹੈਗਾ ਤੇ ਵੀ ਕੈਨੋਟ ਡੂ ਇਟ। ਸਰਕਾਰਾਂ, ਆਈ ਥਿੰਕ ਗਵਰਨਮੈਂਟਸ ਨੀਡ ਟੂ ਟੇਕ ਦ ਰਿਸਪੌਂਸਿਬਿਲਿਟੀ ਐਂਡ ਇੱਕ ਤਾਂ ਪਹਿਲਾਂ ਇਹ ਗੱਲ ਨੂੰ ਮੰਨਣਾ ਕਿ ਦੇयर ਇਜ਼ ਸਿਸਟੈਮਿਕ ਰੇਸਿਜ਼ਮ। ਕਿਉਂਕਿ ਬਹੁਤ ਵਾਰ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਅਸੀਂ ਮਲਟੀਕਲਚਰਲਿਜ਼ਮ ਦੇ ਲਬਾਦੇ ਦੇ ਵਿੱਚ ਅਸੀਂ ਜਿਹੜੇ ਕ੍ਰੂਸ਼ੀਅਲ ਇਸ਼ੂਜ਼ ਹੈ, ਜਿਹੜੇ ਡੀਪ ਰੂਟਡ ਇਸ਼ੂਜ਼ ਹੈ, ਉਹਨਾਂ ਦੇ ਬਾਰੇ ਗੱਲ ਨਹੀਂ ਕਰਦੇ, ਕਿਉਂਕਿ ਰੇਸਿਜ਼ਮ ਦੇ ਬਾਰੇ ਗੱਲ ਕਰਨੀ ਕੋਈ ਸੌਖੀ ਗੱਲ ਨਹੀਂ ਹੈਗੀ। ਤੁਹਾਡੇ ਮੇਰੇ ਵਰਗੇ ਬੰਦੇ ਨੂੰ ਵੀ ਕੋਈ ਕਵੇ ਕਿ ਆਪਣੀ ਕੋਈ ਰੇਸਿਜ਼ਮ ਦਾ ਕੋਈ ਐਗਜ਼ਾਮਪਲ ਦਵੋ ਜਿਹੜਾ ਕਿ ਅਸੀਂ ਕਿੰਨੇ ਹੰਡਾਏ ਹੋਏ ਹੈਗੇ, ਪਰ ਉਹ ਜਦ ਸਾਡੇ ਵਰਗੇ ਲੋਕਾਂ ਨੂੰ ਵੀ ਗੱਲ ਕਰਨੀ ਪੈਂਦੀ ਹੈ ਤੇ ਇਟ ਇਜ਼ ਵੈਰੀ ਇਮੋਸ਼ਨਲੀ ਡਿਸਟਰਬਿੰਗ ਈਵਨ ਫॉर ਪੀਪਲ ਲਾਈਕ ਅਸ। ਗੋਰਿਆਂ ਲਈ ਜਿਹੜੇ ਕਿ ਉਹ ਇੱਕ ਪ੍ਰਿਵਿਲੇਜ ਮਾਹੌਲ ਵਿੱਚ ਰਹਿ ਰਹੇ, ਉਹਨਾਂ ਨੂੰ ਲੱਗਦਾ ਕਿ ਉਹ ਦੇ ਫੀਲ ਵੈਰੀ ਅਨਕੰਫਰਟੇਬਲ ਵਨ ਅ ਵਰਡ, ਆਰ ਵਰਡ ਇਜ਼ ਬੀਇੰਗ ਯੂਜ਼ਡ। So मैं कहूँगी कि I've put the first responsibility on the governments और इस गल करके मैंने खुशी है कि कैनेडा ਵਿੱਚ ਬੇਸ਼ੱਕ ਉਹ ਸਾਡੀ ਫੈਡਰਲ ਸਰਕਾਰ ਹੈ, ਜਸਟਿਨ ਟਰੂਡੋ ਨੇ ਵੀ ਕਿਹਾ ਕਿ ਸਿਸਟੈਮਿਕ ਰੇਸਿਜ਼ਮ ਹੈਗਾ ਸਾਡੇ ਸਿਸਟਮਸ ਵਿੱਚ। ਜੌਨ ਹੌਰਗਨ ਸਾਡੇ ਪ੍ਰੀਮੀਅਰ ਨੇ ਵੀ ਖੁੱਲ੍ਹੇਆਮ ਕਿਹਾ ਹੈਗਾ ਕਿ ਦੇयर ਇਜ਼ ਸਿਸਟੈਮਿਕ ਰੇਸਿਜ਼ਮ ਇਨ ਆਵਰ ਸਿਸਟਮਸ। ਐਂਡ ਦੈਨ ਜਿਹੜੀ ਮੇਰੀ ਨਿਯੁਕਤੀ ਹੈ, ਜਿਹੜੀ ਪਾਰਲੀਮੈਂਟਰੀ ਸਕੱਤਰ ਆਫ ਐਂਟੀ ਰੇਸਿਜ਼ਮ ਇਨੀਸ਼ੀਏਟਿਵਸ, ਪਹਿਲੀ ਵਾਰ ਹੋਇਆ ਕਿ ਇਹ ਪਾਰਲੀਮੈਂਟਰੀ ਸਕੱਤਰ ਐਂਟੀ ਰੇਸਿਜ਼ਮ ਦਾ ਉਹਦਾ ਟਾਈਟਲ ਦਿੱਤਾ ਗਿਆ। ਪਹਿਲਾਂ ਇਹ ਮਲਟੀਕਲਚਰਲਿਜ਼ਮ ਦਾ ਟਾਈਟਲ ਹੁੰਦਾ ਸੀਗਾ ਐਸ ਪਾਰਲੀਮੈਂਟਰੀ ਸਕੱਤਰ ਦਾ। ਸੋ ਦ ਸ਼ਿਫਟ ਫਰੋਮ ਮਲਟੀਕਲਚਰਲਿਜ਼ਮ ਟੂ ਐਂਟੀ ਰੇਸਿਜ਼ਮ, ਮਤਲਬ ਇਹ ਇੱਕ ਗਵਰਨਮੈਂਟਸ ਦਾ ਬੇਸਿਕਲੀ ਐਕਨੋਲਜਮੈਂਟ ਹੈ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਵੀ ਨੀਡ ਟੂ ਡੂ ਵਰਕ ਔਨ ਦਿਸ। ਮੈਂ ਪ੍ਰੀਮੀਅਰ ਹੌਰਗਨ ਨੂੰ ਵੀ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਅਸੀਂ ਬਹੁਤ ਸਮੋਸੇ ਖਾਏ ਹੈ, ਬਹੁਤ ਬਟਰ ਚਿਕਨਸ ਖਾਏ, ਬਹੁਤ ਦੀਵਾਲੀ, ਈਦ ਫੈਸਟੀਵਲਸ ਮਨਾਏ ਹੈ, which is great. I think it is very, very important to recognize those festivals too. But now it is time to move beyond that. ਰਚਨਾ ਸਿੰਘ MLA, ਜਦੋਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀਗੀ, ਮੈਨੂੰ ਯਾਦ ਹੈ ਪਿਛਲੇ ਸਾਲ ਦੀ ਤੁਹਾਡੀ ਇੰਟਰਵਿਊ ਕੀਤੀ ਸੀਗੀ ਤਾਂ ਮੈਂ ਆਈ ਥਿੰਕ ਤੁਹਾਨੂੰ ਇਹ ਸਵਾਲ ਕੀਤਾ ਸੀ ਵੀ ਰੇਸਿਜ਼ਮ ਦੇ ਜਿਹੜੇ ਮਸਲੇ ਨੇ ਉਹ ਚਲੋ ਪਬਲਿਕ ਦੇ ਤਾਂ ਜਿਹੜੇ ਹੈ ਆਪਾਂ ਕਰਦੇ ਹਾਂ ਔਰ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਹੈ, ਹਰ ਲੋਕਾਂ ਨਾਲ ਇਹ ਚੀਜ਼ ਹੋ ਰਹੀ ਹੈ। ਇਹਦੇ ਉਦੋਂ ਮੈਂ ਤੁਹਾਨੂੰ ਵੀ ਸਵਾਲ ਕੀਤਾ ਸੀ, ਤੁਸੀਂ ਕਿਹਾ ਸੀ ਸਾਡੇ ਨਾਲ ਵੀ ਹੋਇਆ, ਅਸੀਂ ਖੁਦ ਰੇਸਿਜ਼ਮ ਦਾ ਸ਼ਿਕਾਰ ਹੋਏ ਹਾਂ ਜਦੋਂ ਅਸੀਂ ਪੋਲੀਟਿਕਸ ਦੇ ਵਿੱਚ ਆਏ ਹਾਂ। ਜਿਨੀ ਸਿਮਸ ਹੋਰਾਂ ਦੇ ਨਾਲ ਉਹ ਵੀ ਹਮੇਸ਼ਾ ਗੱਲ ਕਰਦੇ ਨੇ ਕਿ ਰੇਸਿਜ਼ਮ ਦਾ ਸ਼ਿਕਾਰ ਉਹ ਵੀ ਹੁੰਦੇ ਨੇ। ਇੱਦਾਂ ਬਹੁਤ ਸਾਰੇ ਜਿਹੜੇ ਮਿਨਿਸਟਰ ਨੇ, ਮੈਂ ਸਿਰਫ ਇੱਥੇ ਪੰਜਾਬੀ ਮਿਨਿਸਟਰਾਂ ਦੀ ਗੱਲ ਨਹੀਂ ਕਰਾਂਗੀ, ਮੈਂ ਅਦਰ ਕਮਿਊਨਿਟੀਜ਼ ਦੀ ਵੀ ਇੱਥੇ ਗੱਲ ਕਰਾਂਗੀ। ਹਰ ਕਿਸੇ ਨੂੰ ਰੇਸਿਜ਼ਮ ਦਾ ਜਿਹੜਾ ਸ਼ਿਕਾਰ ਹੋਣਾ ਪਿਆ। ਜਦੋਂ ਸਿਸਟਮ ਦੇ ਵਿੱਚ ਜਿਹੜੇ ਲੋਕ ਨੇ, ਜਿਹੜੇ ਕੰਮ ਕਰ ਰਹੇ ਨੇ, ਉਹ ਤਾਂ ਖੁਦ ਰੇਸਿਜ਼ਮ ਦਾ ਸ਼ਿਕਾਰ ਹੁੰਦੇ ਵੀ ਰਹੇ ਨੇ ਤੇ ਅੱਜ ਵੀ ਆਮ ਸ਼ੋਰ ਕਿ ਉਹ ਜ਼ਰੂਰ ਹੁੰਦੇ ਹੋਣਗੇ, ਕਿਸੇ ਨਾ ਕਿਸੇ ਵੱਲੋਂ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰ ਦਿੱਤੀ ਜਾਂਦੀ ਹੈ। ਜਦੋਂ ਸਿਸਟਮ 'ਚ ਲੋਕ ਇੱਦਾਂ ਦੇਖਦੇ ਨੇ ਵੀ ਸਿਸਟਮ ਦੇ ਵਿੱਚ ਤਾਂ ਆਪ ਉਹ ਵਿਚਾਰੇ ਇਸ ਚੀਜ਼ ਦੇ ਸ਼ਿਕਾਰ ਨੇ ਤੇ ਉਹ ਸਾਡੇ ਲਈ ਕੀ ਕਰਨਗੇ, ਉਹਨਾਂ ਦਾ ਇਹ ਸਵਾਲ ਹੁੰਦਾ ਤੇ ਉਦੋਂ ਅੱਗੇ ਕੁਐਸਚਨ ਮਾਰਕ ਲੱਗ ਜਾਂਦਾ ਵੀ ਹੁਣ ਉਹ ਕੀ ਕਰਨ ਤੇ ਕਿਹਦੇ ਕੋਲ ਜਾਣ।
I think that's a very valid question ਔਰ ਇਸ ਕਰਕੇ ਜ਼ਰੂਰਤ ਹੈਗੀ ਹੈ ਸਾਡੇ ਵਰਗੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੋਣ ਦੀ ਉਹ ਸਿਸਟਮ ਦੇ ਵਿੱਚ ਜਿਹਦੇ 'ਚ ਅਸੀਂ ਵੀ ਵਿਤਕਰੇ ਦਾ ਸ਼ਿਕਾਰ ਹੋਏ ਹਾਂ, ਅਸੀਂ ਮਾਈਕਰੋ ਐਗਰੈਸ਼ਨਸ ਦਾ ਸ਼ਿਕਾਰ ਹੁੰਦੇ ਹਾਂ ਔਰ ਸਪੈਸ਼ਲੀ ਔਰਤਾਂ ਜਿਹੜੀਆਂ ਪੋਲੀਟੀਸ਼ੀਅਨਸ ਹੈਗੀਆਂ ਮਿਸੋਜਨੀ ਸੈਕਸਿਜ਼ਮ ਅਸੀਂ ਬਹੁਤ ਜ਼ਿਆਦਾ ਉਹਦੇ ਬਾਰੇ ਚਰਚਾ ਪਹਿਲਾਂ ਵੀ ਕੀਤੀ ਹੈ 2 ਹਫ਼ਤੇ ਪਹਿਲਾਂ ਹੀ ਅਜੇ ਇੰਟਰਨੈਸ਼ਨਲ ਵੂਮਨਸ ਡੇ ਸੀਗਾ ਸੋ this talk continues but I think then it becomes very important ਕਿਉਂਕਿ ਅਸੀਂ ਆਪ ਹੰਡਾਇਆ ਹੋਇਆ ਉਹ ਚੀਜ਼ ਇੱਕ ਉਸ ਐਂਗਲ ਤੋਂ ਉਸ ਲੈਂਸ ਤੋਂ ਮੈਂ ਦੇਖਦੀ ਹਾਂ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਲੋਕੀ ਕਈ ਵਾਰ ਮੈਨੂੰ ਇਹ ਕੁਐਸਚਨ ਕਰਦੇ ਕਿ ਰਚਨਾ ਤੂੰ ਰੇਸਿਜ਼ਮ ਦੀ ਗੱਲ ਕਿਉਂ ਕਰਦੀ ਹੈ ਕਿਉਂਕਿ ਤੂੰ ਤਾਂ ਪ੍ਰਿਵਿਲੇਜਡ ਔਰਤ ਹੈਗੀ ਹੈ ਕਿ ਤੂੰ ਇੱਕ ਪੋਜੀਸ਼ਨ ਤੇ ਪਹੁੰਚ ਗਈ ਜਿੱਥੇ ਆਮ ਬੰਦਾ ਨਹੀਂ ਪਹੁੰਚ ਪਾਉਂਦਾ ਐਂਡ ਆਈ ਸੇ ਦਿਸ ਥਿੰਗ ਕਿ ਮੈਂ ਇੱਕ ਇਸ ਪ੍ਰਿਵਿਲੇਜ ਤੇ ਪਹੁੰਚੀ ਹਾਂ ਜਿਹਦੇ ਲਈ ਮੈਂ ਕਾਲਨਾ ਕੀਤੀ ਸਟਰਗਲ ਕੀਤੀ ਔਰ ਉਹ ਸਟਰਗਲ ਖਤਮ ਨਹੀਂ ਹੋਗੀ ਵਾਂਸ ਆਈ ਰੀਚ ਦੈਟ ਪੋਜੀਸ਼ਨ ਦੈਟ ਸਟਰਗਲ ਸਟਿਲ ਕੰਟੀਨਿਊਸ ਆਈ ਸਟਿਲ ਫੇਸ ਦ ਬੈਰੀਅਰਸ ਫਿਰ ਕਿਤੇ ਨਾ ਕਿਤੇ ਤੁਹਾਨੂੰ ਆਪਣੀ ਆਵਾਜ਼ ਪਹੁੰਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇੱਕ ਜੇ ਮੈਂ ਕਾਊਂਟਰ ਕਰਾਂ ਇੱਕ ਕਿਸੇ ਗੋਰੇ ਬੰਦੇ ਦੇ ਮੁਕਾਬਲੇ ਤੇ ਪਰ ਹੈ ਕਿ then it makes me even more responsible towards my privilege ਕਿ ਮੈਂ ਇਸ ਪੋਜੀਸ਼ਨ ਤੇ ਪਹੁੰਚ ਗਈ ਤੇ ਇਹ ਪੋਜੀਸ਼ਨ ਤੇ ਉਹ ਖਾਤਮਾ ਨਹੀਂ ਹੋ ਜਾਂਦਾ ਇਹ ਪੋਜੀਸ਼ਨ ਤੇ ਮੈਨੂੰ ਪਹੁੰਚਾਉਣ ਲਈ ਬਹੁਤ ਲੋਕਾਂ ਨੇ ਪਹਿਲਾਂ ਉਹ ਰਸਤਾ ਬਣਾਇਆ ਸਾਡੇ ਬਜ਼ੁਰਗਾਂ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਉਹਦੇ ਕਰਕੇ ਮੈਂ ਪਹੁੰਚੀ ਹੈਗੀ ਹਾਂ ਤੇ ਅੱਜ ਜੇ ਮੈਂ ਪਹੁੰਚ ਗਈ ਹਾਂ ਉੱਥੇ ਇੱਕ ਔਰਤ ਇੱਕ ਰੰਗਦਾਰ ਔਰਤ ਹੋ ਕੇ ਇੱਕ ਇਮੀਗ੍ਰੈਂਟ ਔਰਤ ਹੋ ਕੇ ਰਾਈਟ ਉਸ ਥਾਂ ਤੇ ਜੇ ਪਹੁੰਚੀ ਹਾਂ ਤੇ ਇੱਥੇ ਇਹ ਸਫ਼ਰ ਖਤਮ ਨਹੀਂ ਹੋ ਜਾਣਾ ਚਾਹੀਦਾ ਇਹ ਜਰਨੀ ਖਤਮ ਨਹੀਂ ਹੋ ਜਾਣੀ ਚਾਹੀਦੀ ਹੋਰ ਕਈ ਰਚਨਾ ਉਭਰਨ ਉੱਥੇ ਤੱਕ ਪਹੁੰਚਣ ਉਹਨਾਂ ਲਈ ਇਹ ਸਫ਼ਰ ਮੇਰੇ ਨਾਲੋਂ ਜ਼ਿਆਦਾ ਸੁਖਾਲਾ ਹੋ ਐਂਡ ਦੈਟ ਇਜ਼ ਵਟ ਆਈ ਥਿੰਕ ਐਵਰੀਬਡੀ ਅਸੀਂ ਜਦ ਅਸੀਂ ਆਪਣੇ ਬੱਚਿਆਂ ਦੀ ਆਪਣੀ ਫਿਊਚਰ ਜਨਰੇਸ਼ਨਸ ਦੀ ਗੱਲ ਕਰਦੇ ਹਾਂ ਸ਼ੈਰੀ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਆਰ ਵਰਕਿੰਗ ਵੀ ਆਰ ਸਟਰਗਲਿੰਗ ਸੋ ਦੈਟ ਦੇ ਹੈਵ ਅ ਬੈਟਰ ਫਿਊਚਰ ਐਂਡ ਆਈ ਥਿੰਕ ਜਿਹੜੀ ਅੱਜ ਪੋਜੀਸ਼ਨ ਤੇ ਉੱਠ ਕੇ ਜਦ ਮੈਂ ਗੱਲਾਂ ਕਰਦੀ ਹਾਂ ਬੇਸ਼ੱਕ ਉਹ ਨਸਲਵਾਦ ਦੀ ਗੱਲ ਕਰਾਂ ਐਕੁਇਟੀ ਦੀ ਗੱਲ ਕਰਾਂ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਮੈਂ ਸ਼ੁਕਰਗੁਜ਼ਾਰ ਨਹੀਂ ਹੈਗੀ ਹਾਂ ਆਪਣੇ ਪ੍ਰਿਵਿਲੇਜ ਨੂੰ ਲੈ ਕੇ ਪਰ ਮੈਂ ਉਸ ਸ਼ੁਕਰਗੁਜ਼ਾਰ ਹੋਣ ਦੇ ਨਾਲ ਨਾਲ ਜਿਹੜੇ ਖਾਮੀਆਂ ਹੈਗੀਆਂ ਮੇਰੀ ਰਿਸਪੌਂਸਿਬਿਲਿਟੀ ਹੈ ਉਹ ਖਾਮੀਆਂ ਨੂੰ ਉਭਾਰਨ ਦੀ ਤੇ ਉਹਦੇ ਉੱਤੇ ਕੰਮ ਕਰਨ ਦੀ ਜੀ ਬਿਲਕੁਲ ਰਚਨਾ ਜੀ ਸਟੈਟਿਕਸ ਦੀ ਗੱਲ ਕਰਦੇ ਹਾਂ ਜਿਹੜੇ ਆંકੜੇ ਆਏ ਨੇ ਸਪੈਸ਼ਲੀ BC ਦੇ ਇਹ ਹੈਰਾਨ ਕਰ ਦੇਣ ਵਾਲੇ ਨੇ ਜਦ ਕਿ ਸਾਨੂੰ ਲੱਗਿਆ ਸੀਗਾ ਵੀ ਇਹਦੇ ਤੇ ਕੰਮ ਹੋ ਰਿਹਾ ਤੁਸੀਂ ਹਮੇਸ਼ਾ ਅਸੀਂ ਵੀ ਜਦੋਂ ਗੱਲ ਕਰਦੇ ਰਹਿੰਦੇ ਤੁਸੀਂ ਦੱਸਦੇ ਹੋ ਵੀ ਇਹ ਵਾਲਾ ਪ੍ਰੋਗਰਾਮ ਲਿਆਂਦਾ ਇਹ ਵਾਲਾ ਪ੍ਰੋਗਰਾਮ ਲਿਆਂਦਾ ਔਰ ਇਹਦੇ ਥਰੂ ਜਿਹੜਾ ਕਾਫੀ ਹੱਦ ਤੱਕ ਜਿਹੜੇ ਨੇ ਰੇਸਿਜ਼ਮ ਹੇਟ ਕ੍ਰਾਈਮ ਹੈ ਇਹ ਰੁਕਣਗੇ ਮਾਮਲੇ 2020 ਦੀ ਰਿਪੋਰਟ ਤੇ ਜਦੋਂ ਕੋਵਿਡ ਸ਼ੁਰੂ ਹੋਇਆ 2019 ਹਾਲਾਂਕਿ 2019 ਦੇ ਆਈ ਥਿੰਕ ਸ਼ੁਰੂਆਤੀ ਦੌਰ ਦੇ ਵਿੱਚ ਥੋੜਾ ਠੀਕ ਰਿਹਾ ਕਹਿੰਦੇ 1.5-2 ਮਹੀਨੇ ਦੇ ਆંકੜੇ ਦੱਸਦੇ ਨੇ ਕੋਵਿਡ ਸ਼ੁਰੂ ਹੋਣ ਤੋਂ ਬਾਅਦ ਦੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰੇਸਿਜ਼ਮ ਦੇ ਮਾਮਲੇ ਜਿਹੜੇ ਨੇ ਵਾਪਰੇ ਦੇਖੇ ਰਿਪੋਰਟਾਂ ਕੀਤੀਆਂ ਗਈਆਂ ਜਿੰਨੀਆਂ ਪੁਲਿਸ ਦੇ ਵੱਲੋਂ ਵੀ ਰਿਪੋਰਟਾਂ ਆਈਆਂ ਉਹਨਾਂ ਸਾਰਿਆਂ ਨੂੰ ਮਿਲਾ ਕੇ ਹੈਰਾਨ ਕਰ ਦੇਣ ਵਾਲੇ ਆંકੜੇ ਨੇ ਜਿਹਦੇ ਵਿੱਚ BC ਪਹਿਲੇ ਨੰਬਰ ਦੇ ਉੱਤੇ ਹੈ ਤੇ ਇਹ ਕਿਉਂ ਇਹ ਇੰਨੀ ਹੈਰਾਨ ਕਰਨ ਵਾਲੀ ਰਿਪੋਰਟ ਦੇ ਉੱਤੇ ਜਦੋਂ ਤੁਸੀਂ ਰਚਨਾ ਜੀ ਰਿਵਿਊ ਕੀਤਾ ਕਿਉਂਕਿ ਤੁਹਾਡਾ ਤਾਂ ਖੁਦ ਦਾ ਇਹ ਸਬਜੈਕਟ ਹੈ ਜਿਹਦੇ ਉੱਤੇ ਤੁਸੀਂ ਸਟੱਡੀ ਕਰਦੇ ਹੋ ਤੁਸੀਂ ਰਿਵਿਊ ਕੀਤਾ ਤੇ ਇਹਦੇ ਵਿੱਚ ਰਿਵਿਊ ਦੇ ਵਿੱਚ ਤੁਹਾਨੂੰ ਕੀ ਮਿਲਿਆ ਤੇ ਲੱਗਦਾ ਵੀ ਇਹਨੂੰ ਰਿਵਿਊ ਕਰਨ ਤੋਂ ਬਾਅਦ ਹੁਣ ਜੇ ਕੋਵਿਡ ਕਰਕੇ ਲੋਕੀ ਘਰਾਂ ਚੋਂ ਬਾਹਰ ਆ ਗਏ ਨੇ ਕਾਫੀ ਹਾਲਾਤ ਮਤਲਬ ਅਸੀਂ ਕੰਮਾਂ ਕਾਰਾਂ ਤੇ ਜਾਣ ਲੱਗੇ ਸਾਰੇ ਕਿਤੇ ਜਾਣ ਲੱਗ ਗਏ ਤਾਂ ਹੁਣ ਲੋਕਾਂ ਦੇ ਵਿੱਚ ਐਂਜ਼ਾਇਟੀ ਜਾਂ ਉਹ ਭਰੀ ਹੋਈ ਸੀ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਉਹ ਖੁੱਲ੍ਹ ਮਿਲਣਾ ਉਹ ਠੀਕ ਹੋ ਜਾਏਗੀ what do you think ਕਿੱਥੇ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿੰਨੀ ਕੁ ਰੁਕੇਗੀ ਜਿਹੜੇ ਇਹ ਆંકੜੇ ਆਏ ਹੈਗੇ ਆ ਸ਼ਰੀ ਸਾਨੂੰ ਇਹ ਆંકੜੇ ਪਹਿਲਾਂ ਤੋਂ ਪਤਾ ਸੀ ਰਾਈਟ ਇਹ ਰਿਪੋਰਟਾਂ ਪਿਛਲੇ ਸਾਲ ਤੋਂ ਆ ਰਹੀਆਂ ਸੀਗੀਆਂ ਔਰ ਮੈਨੂੰ ਜਦ ਤੋਂ ਮੇਰੀ ਨਿਯੁਕਤੀ ਹੋਈ ਹੈ ਪਾਰਲੀਮੈਂਟਰੀ ਸਕੱਤਰ ਵਜੋਂ ਮੇਰੀ ਕਾਫੀ ਜ਼ਿਆਦਾ ਮੈਨੂੰ ਮੌਕਾ ਮਿਲਿਆ ਹੈਗਾ ਸਪੈਸ਼ਲੀ ਚਾਈਨੀਜ਼ ਕਮਿਊਨਿਟੀ ਦੇ ਨਾਲ ਬਹਿਣ ਦਾ ਰਾਊਂਡ ਟੇਬਲਸ ਕਰਨ ਦਾ ਔਰ ਇਹ ਆંકੜੇ ਸਾਨੂੰ ਪਤਾ ਸੀਗੇ ਐਂਡ ਆਈ ਨੋ ਕਿ ਇਹ ਆંકੜੇ ਸਹੀ ਆંકੜੇ ਨਹੀਂ ਹੈਗੇ ਅਜੇ ਵੀ ਬਹੁਤ ਘੱਟ ਆંકੜੇ ਹੈ ਬਿਕੋਜ਼ ਬਹੁਤ ਸਾਰੇ ਲੋਕਾਂ ਨੇ ਰਿਪੋਰਟ ਨਹੀਂ ਕੀਤਾ ਓਕੇ ਜੀ ਆਪਾਂ ਕਾਲਰ ਦੀ ਕਾਲ ਵੀ ਨਾਲ ਅਟੈਂਡ ਕਰੀਏ ਫਿਰ ਆਪਾਂ ਗੱਲ ਕੰਟੀਨਿਊ ਰੱਖਦੇ ਆਂਗੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸ਼ਰੀ ਜੀ ਸਤਿ ਸ਼੍ਰੀ ਅਕਾਲ ਆਪਣੇ ਭੈਣ ਜੀ ਰਚਨਾ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਮੈਂ ਸੁਣ ਰਿਹਾ ਸੀ ਟਾਕ ਸ਼ੋ ਐਂਟੀ ਰੇਸਿਜ਼ਮ ਦੇ ਉੱਤੇ ਜੀ ਵੈਸੇ ਇਹ ਬੜਾ ਵੱਡਾ ਟੌਪਿਕ ਹੈ ਜਿਹਨੂੰ ਤੁਸੀਂ ਟੱਚ ਕੀਤਾ ਇਹ ਇੱਕ ਜਿੱਦਾਂ ਸਮਾਜ ਰੂਪੀ ਜਿਹੜਾ ਸਰੀਰ ਆ ਸਾਡਾ ਉਹਦੇ ਵਿੱਚ ਇਹ ਜੈਨੇਟਿਕ ਪ੍ਰੋਬਲਮ ਹੋਈ ਆ ਸਾਰੀ ਦੁਨੀਆ ਦੇ ਵਿੱਚ ਰੇਸਿਜ਼ਮ ਦੀ ਜੀ ਪਰ ਇਹਨੂੰ ਜਿਹੜਾ ਸੁਧਾਰ ਇਹਦੇ ਚ ਆਪਾਂ ਜਿੱਦਾਂ ਜੈਨੇਟਿਕ ਜਿਹੜੀਆਂ ਚੀਜ਼ਾਂ ਆਪਣੇ ਜੀਨ ਦੇ ਵਿੱਚ ਆ ਜਾਂਦੀਆਂ ਫਿਰ ਉਹਨਾਂ ਦਾ ਕੋਈ ਇਲਾਜ ਤਾਂ ਟ੍ਰੀਟਮੈਂਟ ਤਾਂ ਉਹਨਾਂ ਦੀ ਹੁੰਦੀ ਨਹੀਂ ਹਾਂਜੀ ਉਹਨਾਂ ਦਾ ਤਾਂ ਸਿਰਫ ਆਪਾਂ ਟੈਂਪਰੇਰੀ ਕਿਉਰ ਕਰ ਸਕਦੇ ਹਾਂ ਉਸੇ ਤਰ੍ਹਾਂ ਇਹ ਜਿਹੜਾ ਮੁੱਦਾ ਇਹਨੂੰ ਆਪਾਂ ਠੀਕ ਆ ਦੁਨੀਆ ਭਰ ਦੇ ਲੋਕ ਇਹ ਤੇ ਬੋਲਦੇ ਆ ਸਟੱਡੀਆਂ ਆਈਆਂ ਤੁਸੀਂ ਸਾਰਿਆਂ ਨੇ ਪੜ੍ਹੀਆਂ ਪਰ ਕਿਉਰ ਕਰਨਾ ਪਰ ਇਹਦੇ ਵਿੱਚ ਮੇਰਾ ਸਵਾਲ ਇਹ ਹੈ ਕਿ ਜਿਹੜਾ ਮੈਂ ਨੋਟ ਕੀਤਾ ਕਿ ਐਂਟੀ ਰੇਸਿਜ਼ਮ ਡਿਮੋਲਿਸ਼ਨ ਟੂ ਦਾ ਸਿਸਟਮ
ਇੱਕ ਨਵੀਂ ਸਟੱਡੀ ਅੱਜ ਦੇ ਯੁੱਗ 'ਚ ਆ ਰਹੀ ਹੈ ਕਿ ਜਿੱਦਾਂ ਪੁਰਾਣੇ ਅਫਰੀਕਨ ਲੋਕਾਂ ਦੇ ਉੱਤੇ ਆਪਾਂ ਦਿਨ ਮਨਾਉਂਦੇ ਆ, ਉਹ ਤਾਂ ਪੁਰਾਣੀਆਂ ਚੀਜ਼ਾਂ ਹੋ ਗਈਆਂ, ਪਰ ਅੱਜ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਸਿਸਟਮ ਡਿਮੋਲਿਸ਼ਨ ਹੋ ਰਿਹਾ ਰੇਸਿਜ਼ਮ ਦੇ, ਐਂਟੀ ਰੇਸਿਜ਼ਮ, ਤੁਸੀਂ ਉਹਦੇ ਵਿੱਚ ਇੰਡੀਵਿਜੂਅਲ ਸਾਰੀਆਂ ਚੀਜ਼ਾਂ ਆ ਜਾਣਗੀਆਂ ਜਿਹੜੀਆਂ ਤੁਸੀਂ ਆਪਾਂ ਇਕੱਲੇ ਦੱਸਦੇ ਵੀ ਮੈਂ ਇਸ ਚੀਜ਼ 'ਚ ਸਫ਼ਰ ਕੀਤਾ, ਕਿਸੇ MLA ਬਣਨ ਲਈ ਉਹਨੂੰ ਸਫ਼ਰ ਕਰਨਾ ਪਿਆ, ਕਿਸੇ ਨੂੰ ਜੌਬ ਤੇ ਕਰਨਾ ਪਿਆ, ਕਿਸੇ ਨੂੰ ਸਕੂਲ ਸਿਸਟਮ 'ਚ ਕਰਨਾ ਪਿਆ, ਪਰ ਉਹ ਸਿਸਟਮ ਹੈ। ਹਾਂਜੀ, ਉਸ ਸਿਸਟਮ ਦੇ ਵਿੱਚ ਐਂਟੀ ਰੇਸਿਜ਼ਮ ਡਿਮੋਲਿਸ਼ਨ ਕਹਿੰਦੇ ਆ ਉਹਨੂੰ, ਜਿੱਦਾਂ ਸਾਰਾ ਕੁਝ ਖਤਮ ਕਰਨਾ, ਉਹ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ। ਉਹਦੇ ਉੱਤੇ ਸਰਕਾਰਾਂ ਵੀ ਸੁੱਤੀਆਂ ਪਈਆਂ, ਸਵਾਲ ਦੇ ਮੁੱਦੇ ਉਠਾਉਣੇ, ਸਵਾਲ ਦਾ ਮੁੱਦਾ ਜਿਹੜਾ ਉਹਨੂੰ ਸਵਾਲ ਇਸ ਤਰ੍ਹਾਂ ਉਠਾਇਆ ਜਾਵੇ ਕਿ ਜਿਹੜਾ ਸਾਰੀ ਦੁਨੀਆ ਲਈ ਮੁੱਦਾ ਬਣ ਜਾਵੇ, ਜਿੱਦਾਂ ਐਗਰੀ ਵਿਦ ਤੇ ਐਗਰੀ ਮੀ, ਇੰਗਲਿਸ਼ ਦਾ ਸ਼ਬਦ ਹੈ ਕਿ ਐਗਰੀ ਮੀ ਤੇ ਐਗਰੀ ਵਿਦ, ਕਿ ਕੋਈ ਮੇਰੀ ਗੱਲ ਨਾਲ ਬੰਦਾ ਸਹਿਮਤ ਹੋ ਸਕਦਾ ਪਰ ਮੇਰੇ ਨਾਲ ਜੀ। ਜਿਹੜਾ ਮੇਰਾ ਸਵਾਲ ਇਹ ਹੈ ਕਿ ਇਹ ਡਿਮੋਲਿਸ਼ਨ ਚੀਜ਼ ਜਿਹੜੀ ਹੋ ਰਹੀ ਹੈ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ, ਰਾਈਟ? ਸਰਕਾਰਾਂ ਨੂੰ ਇਹ ਇੰਨਾ ਸੀਰੀਅਸ ਮੁੱਦਾ ਲਿਜਾਣਾ ਚਾਹੀਦਾ। ਤੁਸੀਂ ਇੰਡੀਵਿਜੂਅਲ ਜਿੱਥੇ ਕੈਨੇਡਾ ਦੇ ਵਿੱਚ ਦੇਖ ਲਓ ਜਿਹੜਾ ਮਲਟੀਕਲਚਰ ਹੈ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੈ ਕਿ ਇੱਕ ਆਈਸ ਹਾਕੀ ਦੇ ਵਿੱਚ ਜੂਨੀਅਰ ਟੀਮ ਬਣਦੀ ਹੈ, ਹਰ ਸਾਲ ਕ੍ਰਿਸਮਸ ਤੋਂ ਪਹਿਲਾਂ ਟੂਰਨਾਮੈਂਟ ਹੁੰਦਾ ਜੀ। ਤੁਸੀਂ ਮੈਨੂੰ ਦੱਸੋ ਵੀ ਉਹਦੇ ਚ ਕਿਹੜਾ ਕਲਰ ਬੱਚਾ ਖੇਡਦਾ? ਮੇਰਾ ਆਪਦਾ ਸਨ ਖੇਡਦਾ, ਮੈਂ ਸਵਾਲ ਕੀਤਾ, ਉਹ ਡਿਜ਼ਰਵ ਕਰਦਾ ਹੀ, ਸਾਨੂੰ ਕੈਂਪ ਦਾ ਕੋਈ ਇਨਵੀਟੇਸ਼ਨ ਹੀ ਨਹੀਂ ਆਇਆ। ਅਸੀਂ ਉਹ ਚੀਜ਼ਾਂ ਹਟਾਈਆਂ, ਉਹ ਤਾਂ ਇੰਡੀਵਿਜੂਅਲ ਹੋ ਗਈਆਂ ਨਾ, ਪਰ ਉਹ ਸਾਰਿਆਂ ਨੇ, ਸਾਰੇ ਬੱਚੇ ਹਟਾਉਂਦੇ। ਹਾਂਜੀ ਬਿਲਕੁਲ, ਉਹ ਇਕੱਲੇ ਆਪਣੇ ਨਹੀਂ, ਆਪਾਂ ਪੰਜਾਬੀਆਂ ਲੈ ਕੇ ਨਹੀਂ, ਉਹ ਦੂਜੇ ਵੀ ਆ ਜਾਂਦੇ, ਜਿੰਨੇ ਨਿਵਾਸੀ ਆ ਜਾਂਦੇ ਆ, ਸਾਰੇ ਮੂਲ ਨਿਵਾਸੀ ਬਣੇ ਹੋਏ ਆ। ਉਹਦਾ ਰੀਜ਼ਨ ਹੈ ਕਿ ਸਾਡੀ ਮਾਈਂਡ ਨਾ ਕਰਿਓ, ਮੈਂ ਇਹ ਚੀਜ਼ ਗਰੇਜ਼ ਨਹੀਂ ਕਰੂੰਗਾ, ਸਾਡੀ ਰੀਪ੍ਰੈਜ਼ੈਂਟ ਜਦੋਂ ਸੈਲਫਿਸ਼ਨੈਸ ਹੋ ਜਾਂਦੀ ਆ ਉਦੋਂ ਅਸੀਂ ਇਹ ਚੀਜ਼ਾਂ ਦੀ ਮਾਰ ਖਾਂਦੇ ਆ। ਜਦੋਂ ਅਸੀਂ ਇੰਡੀਵਿਜੂਅਲ ਆਪਦੇ ਕੰਮਾਂ ਨੂੰ ਪੈ ਜਾਂਦੇ ਆ, ਮੇਰਾ ਇੱਥੇ ਕੰਮ ਹੋ ਜੇ, ਫਿਰ ਅਸੀਂ ਦੂਜੇ ਲੋਕਾਂ ਨਾਲ ਸਫ਼ਰ ਕਰਨਾ, ਇਹ ਡਿਮੋਲਿਸ਼ਨ ਚੀਜ਼ ਚੱਲੀ ਜਾਊਗੀ। ਅਸੀਂ ਆਪਣੇ, ਜਿਵੇਂ ਕਹਿੰਦੇ ਨਾ, ਆਪਣਾ ਘਰ ਸਵਾਰ ਲੈ ਬੰਦਾ ਉਹੀ ਸਿਆਣਾ ਹੁੰਦਾ। ਜੇ ਅਸੀਂ ਕੈਨੇਡਾ 'ਚ ਰਹਿੰਦੇ ਆ, ਸਾਨੂੰ ਇੱਥੇ ਇਹ ਸਮਾਂ ਮਿਲਿਆ, ਅਸੀਂ ਏਦਾਂ ਰੀਪ੍ਰੈਜ਼ੈਂਟ ਕਰੀਏ ਕਿ ਅਸੀਂ ਸਾਰੀ ਦੁਨੀਆ ਦੀ ਆਵਾਜ਼ ਬਣ ਜਾਈਏ। ਮੇਰਾ ਇਹ ਸੁਜੈਸ਼ਨ ਹੀ ਹੈ, ਨਾਲ ਮੇਰਾ ਸਵਾਲ ਵੀ ਹੈ, ਇਹ ਜਿਹੜਾ ਐਂਟੀ ਡਿਮੋਲਿਸ਼ਨ ਹੈ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ। ਸੋ ਇਹਨੇ ਮੇਰੇ ਵਿਚਾਰ ਸੀ। ਥੈਂਕ ਯੂ ਤੁਹਾਡਾ ਸਮਾਂ ਜੀ ਬਰਾੜ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ। ਰਚਨਾ ਜੀ, ਪਹਿਲਾਂ ਬਰਾੜ ਸਾਹਿਬ ਦੇ ਸੁਜੈਸ਼ਨ ਦੇ ਉੱਤੇ ਕੀ ਕਹਿਣਾ ਚਾਹੋਗੇ? ਬਿਲਕੁਲ ਬਾਈ ਜੀ, ਤੁਹਾਡੇ ਵਿਚਾਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਤੁਹਾਨੂੰ ਇੰਨੀ ਅਵੇਅਰਨੈਸ ਹੈਗੀ ਹੈ। ਔਰ ਕਿਉਂਕਿ ਅਸੀਂ ਕਈ ਵਾਰ ਬਹੁਤ ਜ਼ਿਆਦਾ ਅਸੀਂ ਸੋਚਦੇ ਹਾਂ, ਸਪੈਸ਼ਲੀ ਸਰੀ ਵਰਗੇ ਸ਼ਹਿਰ ਵਿੱਚ ਰਹਿ ਕੇ, ਕਿ ਰੇਸਿਜ਼ਮ ਤਾਂ ਹੈ ਹੀ ਨਹੀਂ, ਬਿਲਕੁਲ ਰਾਈਟ। ਔਰ ਤੁਸੀਂ ਬਿਲਕੁਲ ਜਿਹੜਾ ਕੋਰ ਮੁੱਦਾ ਜਿਹਦੇ ਤੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਸਿਸਟੈਮਿਕ ਰੇਸਿਜ਼ਮ ਦੀ ਗੱਲ ਕਰ ਰਹੇ ਸੀਗੇ ਕਿ ਸਿਸਟੈਮਿਕ ਰੇਸਿਜ਼ਮ ਕਿਵੇਂ ਖਤਮ ਹੋਏਗਾ। ਔਰ ਇਹ ਸਿਰਫ ਕਹਿ ਦੇਣਾ ਕਿ ਆਈ ਐਮ ਨਾਟ ਰੇਸਿਸਟ ਇਜ਼ ਨਾਟ ਇਨਫ, ਯੂ ਹੈਵ ਟੂ ਬੀ ਐਨ ਐਂਟੀ ਰੇਸਿਸਟ। ਅਸੀਂ ਹੁਣ ਜਦ ਵੀ ਗੱਲ ਕਰਦੇ ਹੈਗੇ ਆ ਕਿਸੇ ਨੂੰ ਵੀ, ਔਰ ਉਹਦੇ ਲਈ ਮੈਂ ਜਦ ਆਪਾਂ ਪਹਿਲੇ ਵੀ ਜਿਹੜੀ ਗੱਲ ਕਰ ਰਹੇ ਸੀਗੇ, ਜਿਹੜੀ ਨਸਲੀ ਵਿਤਕਰੇ ਜਿਹੜੇ ਵਧੇ ਹੈਗੇ ਆ, ਜਿਹੜੇ ਸਟੈਟਸ ਵੀ ਆਏ ਹੈਗੇ ਆ, ਸਰਕਾਰਾਂ ਤਾਂ ਪਾਲਿਸੀਜ਼ ਲੈ ਕੇ ਆਉਣਗੀਆਂ, ਪੈਨਲਟੀਜ਼ ਵੀ ਲੈ ਕੇ ਆਉਣਗੀਆਂ, ਔਰ ਪਰ ਹੈ ਕਿ ਇੱਕ ਜਿਹੜਾ ਆਮ ਬੰਦਾ ਹੈਗਾ ਉਹਦਾ ਵੀ ਇੱਕ ਰੋਲ ਹੈ ਇੱਕ ਐਂਟੀ ਰੇਸਿਸਟ ਹੋਣ ਦਾ। ਜੇ ਅਸੀਂ ਮੇਰੇ ਸਾਹਮਣੇ ਸ਼ਰੀ ਕਿਸੇ ਨਾਲ ਨਸਲਵਾਦ ਹੋ ਰਿਹਾ ਹੈਗਾ ਔਰ ਮੈਂ ਬੈਠੀ ਦੇਖ ਰਹੀ ਹੈਗੀ ਆ, where is my responsibility as a citizen? And ਮੈਂ ਕਹਾਂ ਕਿ ਮੈਂ ਹਮੇਸ਼ਾ ਕਿਸੇ ਨੂੰ ਕਹਿੰਦੀ ਹਾਂ, ਜੇ ਤੁਹਾਨੂੰ ਲੱਗਦਾ ਕਿ ਸੇਫਟੀ, ਤੁਹਾਨੂੰ ਲੱਗਦਾ ਕਿ ਤੁਸੀਂ ਸੇਫ ਹੋ, ਪਲੀਜ਼ ਇੰਟਰਵੀਨ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪ ਨਹੀਂ ਇੰਟਰਵੀਨ ਕਰਦੇ, ਕਿ ਫੋਨ ਕਰੋ ਕਿਸੇ ਨੂੰ। ਔਰ ਅਸੀਂ ਕਈ ਐਗਜ਼ਾਮਪਲਸ ਐਵੇਂ ਦੇ ਵੀ ਦੇਖੇ ਹੈ ਕਿ ਪਿਛਲੇ ਸਾਲਾਂ ਵਿੱਚ ਜਦ ਕਿਸੇ ਨਾਲ ਕਿਸੇ ਬਜ਼ੁਰਗ ਨੂੰ ਧੱਕਾ ਦਿੱਤਾ ਜਾ ਰਿਹਾ ਸੀ, ਉਹਦੇ ਤੇ ਥੁੱਕਿਆ ਜਾ ਰਿਹਾ ਸੀ, ਲੋਕਾਂ ਨੇ, ਪਬਲਿਕ ਨੇ ਇੰਟਰਵੀਨ ਕਰਕੇ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਕੀਤੀ ਹੈਗੀ ਹੈ। ਬਾਕੀ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਐਂਟੀ ਰੇਸਿਜ਼ਮ ਦੇ ਪ੍ਰਤੀ, ਉਹਦੇ ਬਾਰੇ ਤਾਂ ਦੇयर इज नो टू ਕੁਐਸਚਨਸ। ਉਹਨਾਂ ਦੀ ਤਾਂ ਮੋਰਲ ਤੇ ਐਥੀਕਲ ਰਿਸਪੌਂਸਿਬਿਲਿਟੀ ਹੈ। ਤੇ ਅਸੀਂ ਜਿਵੇਂ ਲੈਜਿਸਲੇਸ਼ਨਸ ਆ ਰਹੇ ਹੈਗੇ, ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੈਗੀ ਹਾਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ, ਜਿਹੜੇ ਸਿਸਟਮਸ ਦੇ ਵਿੱਚ ਰੇਸਿਜ਼ਮ ਕਰਕੇ ਉਹਦੇ ਆંકੜੇ, ਕਈ ਵਾਰ ਅਸੀਂ ਕਹਿੰਦੇ ਹਾਂ ਸਾਨੂੰ ਤਾਂ ਆંકੜੇ ਨਹੀਂ ਪਤਾ, ਸਰਕਾਰਾਂ ਆਪਣਾ ਪੱਲਾ ਛੁਡਾ ਲੈਂਦੀਆਂ ਵੀ ਸਾਨੂੰ ਨਹੀਂ ਪਤਾ। ਹਾਂ, ਰੇਸਿਜ਼ਮ ਸ਼ਾਇਦ ਹੁੰਦਾ ਪਰ ਸਾਡੇ ਕੋਲ ਆંકੜੇ ਨਹੀਂ ਹੈਗੇ, ਕਿਉਂਕਿ ਉਹ ਆંકੜੇ ਇਕੱਠੇ ਨਹੀਂ ਕੀਤੇ ਜਾਂਦੇ ਹੈਗੇ, ਡੇਟਾ ਇਕੱਠਾ ਨਹੀਂ ਕੀਤਾ ਜਾਂਦਾ, ਬਿਕੋਜ਼ ਇਟਸ ਅ ਡਿਫਿਕਲਟ ਡੇਟਾ। ਐਂਡ ਅਸੀਂ ਇੱਕ ਜਿਹੜਾ ਲੈਜਿਸਲੇਸ਼ਨ ਮੇਰਾ ਬਹੁਤ ਜਲਦੀ ਆਉਣ ਵਾਲਾ ਹੈਗਾ, ਮੇਰਾ ਮਾਈ ਫਸਟ ਲੈਜਿਸਲੇਸ਼ਨ, ਉਹਨੂੰ ਕਹਿੰਦੇ ਆ ਕਿ ਐਂਟੀ ਰੇਸਿਜ਼ਮ ਡੇਟਾ ਲੈਜਿਸਲੇਸ਼ਨ, ਜਿਹੜਾ ਦੱਸੇਗਾ ਕਿ ਸਰਵਿਸਿਜ਼ ਜਿਹੜੀਆਂ ਲੋਕੀ ਲੈ ਰਹੇ, ਬੇਸ਼ੱਕ ਉਹ ਹੈਲਥ ਕੇਅਰ ਹੈ, ਐਜੂਕੇਸ਼ਨ ਦੀ ਅਸੀਂ ਗੱਲ ਕੀਤੀ, ਐਜੂਕੇਸ਼ਨ ਇਜ਼ ਦ ਕੀ, ਰਾਈਟ? ਕਿ ਐਜੂਕੇਸ਼ਨ ਦੇ ਵਿੱਚ ਵੀ ਸਾਡੇ ਬੱਚੇ ਅਜੇ ਵੀ ਵਿਤਕਰਾ ਹੋ ਰਿਹਾ ਉਹਨਾਂ ਨਾਲ ਸਕੂਲਾਂ ਦੇ ਵਿੱਚ। ਔਰ ਇੱਕ ਐਜ਼ ਅ ਮਦਰ, ਜਦ ਮੈਨੂੰ ਇਹ ਪਤਾ ਚੱਲਦਾ ਹੈ ਕਿ ਮੇਰਾ ਬੱਚਾ ਨਸਲੀ ਵਿਤਕਰਾ ਹੰਢਾ ਰਿਹਾ ਹੈ ਸਕੂਲਾਂ ਦੇ ਵਿੱਚ, ਹਾਊ ਡਿਸਟਰਬਿੰਗ ਦੈਟ ਇਜ਼।
ਔਰ ਮੈਂ ਉਹ ਔਰਤਾਂ ਜਿਹਨੂੰ ਅਵੇਅਰਨੈਸ ਹੈਗੀ ਹੈ ਜਿਹੜੀ ਇਹ ਚੀਜ਼ਾਂ ਬਾਰੇ ਪਤਾ ਕਰਦੀ ਆ, ਆਮ ਬੰਦੇ ਕੋਲ ਕਿੰਨੀ એનર્ਜੀ ਹੈਗੀ ਹੈ ਇਹਨਾਂ ਚੀਜ਼ਾਂ ਬਾਰੇ ਪਤਾ ਕਰਨ ਦੀ, ਜਾਂ ਬੱਚੇ ਆ ਕੇ ਤੇ ਫੀਲ ਸੋ ਅਨਕੰਫਰਟੇਬਲ ਸ਼ੈਰੀ ਕਿ ਉਹ ਦੱਸਦੇ ਨਹੀਂ ਹੈਗੇ ਪੇਰੈਂਟਸ ਨੂੰ ਆ ਕੇ ਕਿ ਸਾਡੇ ਨਾਲ ਸਕੂਲਾਂ ਦੇ ਵਿੱਚ ਵਿਤਕਰਾ ਹੋ ਰਿਹਾ। ਸੋ ਦੈਟ ਇਜ਼ ਆਈ ਥਿੰਕ really sad situation or we need to work on that. ਐਗਜ਼ੈਕਟਲੀ ਬਰਾੜ ਸਾਹਿਬ ਨੇ ਹੁਣੇ ਸਪੋਰਟਸ ਦੀ ਵੀ ਗੱਲ ਕੀਤੀ ਸੀ ਵੀ ਖੇਡਾਂ ਦੇ ਵਿੱਚ ਉਹਨਾਂ ਦਾ ਆਪਣਾ ਬੱਚਾ ਵੀ ਹੈ, ਉਹਨੂੰ ਨਹੀਂ ਤਰਜੀਹ ਦਿੱਤੀ ਗਈ, ਕਿਤੇ ਨਾ ਕਿਤੇ ਰੰਗ ਭੇਦ ਕਰਕੇ ਇਹ ਬਹੁਤ ਵੱਡਾ ਮਸਲਾ ਹੈਗਾ ਵੀ ਖੇਡਾਂ ਦੇ ਵਿੱਚ ਵੀ ਜਿਹੜੇ ਬੱਚੇ ਪਿੱਛੇ ਰਹਿ ਜਾਂਦੇ ਨੇ, ਨਾ ਸਿਰਫ ਪੰਜਾਬੀ ਮੂਲ ਦੇ, ਕਈ ਮੂਲ ਦੇ ਬੱਚੇ ਪਿੱਛੇ ਕਰ ਦਿੱਤੇ ਜਾਂਦੇ ਨੇ, ਹੈ ਨਾ। ਮੈਂ ਹਾਲ ਹੀ ਦੇ ਵਿੱਚ ਇੱਕ ਬਹੁਤ ਹੀ ਸਾਡੇ ਕਰੀਬੀ ਹੈਗੇ ਨੇ, ਮੈਂ ਉਹਨਾਂ ਤੋਂ ਵੀ ਇਹ ਗੱਲ ਸੁਣ ਰਹੀ ਸੀ, ਉਹਨਾਂ ਨੇ ਆ ਕੇ ਦੱਸਿਆ ਉਹਨਾਂ ਦਾ ਬੇਟਾ ਆਈਸ ਹਾਕੀ ਲਈ ਜਾਂਦਾ ਹੈਗਾ ਟ੍ਰੇਨਿੰਗ ਤੇ, ਉਹਨਾਂ ਨੇ ਦੱਸਿਆ ਵੀ ਇੱਥੇ ਇੱਕ ਚੀਨੇ ਨੇ ਕਮੈਂਟ ਕੀਤਾ ਉਹਨਾਂ ਦੇ ਬੱਚੇ ਨੂੰ, ਉਹਦੀ ਦਿੱਖ ਦੇ ਉੱਤੇ, ਉਹਦੀ ਲੁੱਕ ਦੇ ਉੱਤੇ, ਕਿਉਂਕਿ ਉਹ ਸਰਦਾਰ ਬੱਚਾ ਹੈ ਔਰ ਉਹਦੀ ਲੁੱਕ ਦੇ ਉੱਤੇ ਇੱਕ ਛੋਟੇ ਜਿਹੇ ਬੱਚੇ ਦੇ, ਇੱਕ ਆਈ ਥਿੰਕ ਉਹ 8-9 ਸਾਲ ਦਾ ਬੱਚਾ ਹੈ, ਉਹਦੇ ਤੇ ਕਮੈਂਟ ਕੀਤਾ ਗਿਆ। ਸੋ ਇਹ ਚੀਜ਼ਾਂ ਜਦੋਂ ਸਪੋਰਟਸ ਵਿੱਚ ਜੇ ਬੱਚੇ ਚੁਣ ਵੀ ਲਏ ਜਾਂਦੇ ਨੇ, ਜੋ ਜਾਂਦੇ ਵੀ ਨੇ ਟ੍ਰੇਨਿੰਗ ਦੇ ਵਿੱਚ, ਤਾਂ ਇੱਦਾਂ ਦੇ ਜਦੋਂ ਉਹਨਾਂ ਨੂੰ ਕਮੈਂਟ ਜਿਨ੍ਹਾਂ ਨੂੰ ਰੇਸਿਸਟ ਜਾਂ ਅਸੀਂ ਹੇਟ ਕ੍ਰਾਈਮ, ਨਸਲੀ ਵਿਤਕਰੇ ਟਿੱਪਣੀਆਂ ਕਹਿੰਦੇ ਆ, ਕਈ ਤਰ੍ਹਾਂ ਦੇ ਸ਼ਬਦਾਂ ਨਾਲ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦੇ ਵਿੱਚ ਬੱਚੇ ਪਿੱਛੇ ਖਿੱਚੇ ਜਾਂਦੇ ਨੇ। ਇੱਕ 8-9 ਸਾਲ ਦੇ ਬੱਚੇ ਦੀ ਮੈਂਟੈਲਿਟੀ ਕੀ ਮੈਂਟਲ ਲੈਵਲ ਉਹਦਾ ਹੋਏਗਾ, ਉਹ ਡਰ ਜਾਏਗਾ, ਉਹ ਕਹੇਗਾ ਮੈਨੂੰ ਮੇਰੀ ਲੁੱਕ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਨੇ, ਮੈਂ ਉੱਥੇ ਦੁਬਾਰਾ ਨਹੀਂ ਵੜ ਸਕਦਾ, ਉਹਦਾ ਕੌਨਫੀਡੈਂਸ ਜਾਏਗਾ ਉਸ ਬੱਚੇ ਦਾ। ਸੋ ਇਹ ਚੀਜ਼ਾਂ ਉਹਨੇ ਜਾਂ ਤਾਂ ਸਿਰਫ ਕਰਨ ਵਾਲਾ ਜਾਣਦਾ ਹੈ, ਤੇ ਜਾਂ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਨਾਲ ਹੋਈ ਆ, ਉਹ ਪਰਿਵਾਰ ਜਿਹਦੇ ਨਾਲ ਬੱਚਾ ਜਿਹਦੇ ਨਾਲ ਹੋਈ ਆ ਬੱਚਾ ਦੱਸ ਸਕਦਾ ਹੈ, ਥਰਡ ਕਿਸੇ ਨੂੰ ਨਹੀਂ ਪਤਾ। ਅਸੀਂ ਤੇ ਤੁਸੀਂ ਬਹਿ ਕੇ ਆਪਾਂ ਸੁਣੀ ਤਾਂ ਉਹਦੇ ਤੇ ਗੱਲ ਕਰ ਰਹੇ ਹਾਂ ਆਪਾਂ, ਹੈ ਨਾ। ਅਦਰਵਾਈਜ਼ ਉਹ ਕੀ ਕਰਨ, ਹੁਣ ਜਾ ਕੇ ਕਿਤੇ ਕੰਪਲੇਂਟ ਕਰਾਉਣੀ ਆ, ਉਸ ਸ਼ਖਸ ਨੂੰ ਲੱਭਣ, ਉਹ ਕੌਣ ਸੀ, ਕਿਵੇਂ ਸੀ, ਕਿੱਥੋਂ ਤੱਕ ਖੋਜ ਹੁੰਦੀ ਹੈ। ਸੋ ਕਿਤੇ ਨਾ ਕਿਤੇ ਕੀ ਲੱਗਦਾ ਰਚਨਾ ਜੀ, ਅਵੇਅਰਨੈਸ ਦੀ ਹਰ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਨੂੰ ਲੈ ਕੇ ਅਵੇਅਰਨੈਸ ਦੀ ਘਾਟ ਹੈ, ਹਜੇ ਵੀ ਪਹਿਚਾਣ ਜਿਹੜੀ ਹੈ ਹਰ ਕਮਿਊਨਿਟੀ ਦੇ ਵਿੱਚ ਦੂਜੀ ਕਮਿਊਨਿਟੀ ਨੂੰ ਸਮਝਣ ਦੀ ਘੱਟ ਹੈਗੀ ਹੈ। ਬਹੁਤ ਜ਼ਿਆਦਾ ਤੁਸੀਂ ਆਈ ਥਿੰਕ ਦੈਟ ਇਜ਼ ਦ ਕੋਰ ਇਸ਼ੂ ਦੈਟ ਵੀ ਆਰ ਟਾਕਿੰਗ ਅਬਾਊਟ, ਜਿਹੜੀ ਅਵੇਅਰਨੈਸ ਹੈ। ਜਦ ਅਸੀਂ ਕੋਈ ਵੀ ਦੇਖੋ ਸਾਡੇ ਸਾਰਿਆਂ ਵਿੱਚ ਪ੍ਰੈਜੁਡਿਸ ਹੈਗੇ, ਅਸੀਂ ਸਾਰੇ ਸਟੀਰੀਓਟਾਈਪਸ ਬਣਾਉਂਦੇ ਹੈਗੇ, ਉਹ ਕਿਸੇ ਚੀਜ਼ ਨੂੰ ਤਾਂ ਅਸੀਂ ਰੇਸਿਜ਼ਮ ਕਹਿੰਦੇ ਆ। ਮੇਰਾ ਤੁਹਾਡੇ ਨਾਲ ਕੋਈ ਵਿਤਕਰਾ ਹੋ ਸਕਦਾ ਹੈਗਾ, ਦੈਟ ਇਜ਼ ਮਾਈ ਪ੍ਰੈਜੁਡਿਸ, ਔਰ ਮੈਂ ਕੋਈ ਓਪੀਨੀਅਨ ਬਣਾਈ ਹੋਈ ਹੈ। ਵੀ ਆਰ ਆਲ ਹਿਊਮਨਸ, ਵੀ ਵਿਲ ਡੂ ਦੈਟ। ਪਰ ਜਿਹੜਾ ਰੇਸਿਜ਼ਮ ਹੈਗਾ ਉਹ ਹੈਗਾ ਕਿ ਕੋਈ ਤੁਹਾਡੇ ਰੰਗ ਕਰਕੇ ਜਾਂ ਕੋਈ ਪਾਵਰ ਸਟਰਕਚਰ ਕਰਕੇ ਅਸੀਂ ਇੱਕ ਭੇਦਭਾਵ ਕਰ ਰਹੇ ਹੈਗੇ। ਟੂ ਰੇਸ਼ੀਅਲਾਈਜ਼ਡ ਕਮਿਊਨਿਟੀਜ਼ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ, ਇੱਕ ਦੂਜੇ ਨੂੰ ਜੇ ਕਹਿ ਰਹੀਆਂ ਹੈਗੀਆਂ, ਆਈ ਥਿੰਕ ਕਿ ਦੋਨੋਂ ਹੀ ਰੇਸਿਜ਼ਮ ਦਾ ਸ਼ਿਕਾਰ ਹੈਗੀ। ਜੇ ਅਸੀਂ ਚਾਈਨੀਜ਼ ਕਮਿਊਨਿਟੀ ਨੂੰ ਕਹੀਏ, ਅਸੀਂ ਗੱਲ ਹੀ ਕੀਤੀ ਹੈ, ਚਾਈਨੀਜ਼ ਕਮਿਊਨਿਟੀ ਦਾ ਆਪ ਇੰਨਾ ਜ਼ਿਆਦਾ ਸ਼ਿਕਾਰ ਹੈਗੀ ਹੈ, ਸਾਊਥ ਏਸ਼ੀਅਨ ਕਮਿਊਨਿਟੀ ਵੀ ਉਨਾ ਹੀ ਸ਼ਿਕਾਰ ਹੈ। ਪਰ ਅਸੀਂ ਵੀ ਕਈ ਵਾਰੀ ਸਾਡੀ ਆਪਣੀ ਕਮਿਊਨਿਟੀ, ਸਪੈਸ਼ਲੀ ਜਦ ਅਸੀਂ ਇੰਡੀਜਨਸ ਭਾਈਚਾਰੇ ਦੀ ਗੱਲ ਕਰਦੇ ਹੈਗੇ ਹਾਂ ਸ਼ਹਿਰੀ, ਵੀ ਮੇਕ ਵੈਰੀ ਡੈਰੋਗੇਟਰੀ ਕਮੈਂਟਸ ਅਬਾਊਟ them। ਔਰ ਇਹ ਕਿ ਸਾਨੂੰ ਇੱਕ ਤਾਂ ਹਿਸਟਰੀ ਦਾ ਨਹੀਂ ਪਤਾ, ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਧਰਤੀ 'ਚ ਅਸੀਂ ਬੈਠੇ ਹਾਂ ਕਿਹਦੀ ਧਰਤੀ 'ਤੇ ਬੈਠੇ ਹਾਂ, ਅਸੀਂ ਉਹਨਾਂ ਦੀ ਧਰਤੀ, ਵੀ ਆਰ ਸੈਟਲਰਸ, ਧਰਤੀ ਉਹਨਾਂ ਦੀ ਹੈ, ਉਹ ਸਾਨੂੰ ਰਹਿਣ ਦਾ ਹੱਕ ਦੇ ਰਹੇ ਹੈਗੇ। ਸੋ ਆਈ ਥਿੰਕ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ, ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ। ਅਸੀਂ ਪਿਛਲੇ ਸਾਲ ਜਦ ਇੱਕ ਕੈਂਪੇਨ ਚਲਾਈ ਸੀ, ਐਂਟੀ ਰੇਸਿਜ਼ਮ ਅਵੇਅਰਨੈਸ ਕੈਂਪੇਨ, ਜਿਹਦੇ 'ਚ ਅਸੀਂ ਪੋਸਟਰਸ ਬਣਵਾਏ ਸੀਗੇ ਡਿਫਰੈਂਟ ਆਰਟਿਸਟ ਤੋਂ ਬ੍ਰਿਟਿਸ਼ ਕੋਲੰਬੀਆ ਦੇ, ਔਰ ਉਹ ਸਾਰੇ ਪੋਸਟਰਸ ਸਾਰੇ ਜਿੰਨੇ ਸਕੂਲ ਹੈਗੇ ਹੈ ਸ਼ਰੀ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸਕੂਲਸ, ਉੱਥੇ ਗਏ ਹੈਗੇ ਉਹ ਪੋਸਟਰਸ। ਉਹਦੇ ਵਿੱਚ ਪੋਸਟਰਸ ਐਵੇਂ ਦੇ ਸੀਗੇ, if you see racism you have to say something about it, right? ਬਹੁਤ ਸਿੰਪਲ ਪੋਸਟਰ ਸੀਗੇ, ਬਹੁਤ ਸਰਲ ਭਾਸ਼ਾ ਦੇ ਵਿੱਚ ਸੀਗੇ, ਪਰ ਉਹ ਮੈਂ ਜਿਵੇਂ ਮੈਨੂੰ ਮੌਕਾ ਮਿਲਿਆ ਆਪਣੇ ਬੱਚੀ ਦੇ ਸਕੂਲ 'ਚ ਜਾਣ ਦਾ, ਤਾਂ ਮੈਂ ਦੇਖਿਆ ਕਿ ਸਾਰੇ ਹਾਲਵੇਜ਼ ਦੇ ਵਿੱਚ ਸਾਰੀ ਥਾਂ ਤੇ ਉਹ ਪੋਸਟਰ ਲੱਗੇ ਹੋਏ, ਡਿਫਰੈਂਟ ਥਾਵਾਂ ਦੇ ਵਿੱਚ ਉਹਦੀਆਂ ਕਾਪੀਜ਼ ਬਣਾ ਕੇ ਹਰ ਥਾਂ ਤੇ, ਹਾਲਵੇਜ਼ ਵਿੱਚ, ਵਾਸ਼ਰੂਮਸ ਦੇ ਵਿੱਚ, ਕਿਚਨ ਏਰੀਆ, ਕੈਫੇਟੇਰੀਆ ਵਿੱਚ, ਹਰ ਥਾਂ ਤੇ ਉਹ ਪੋਸਟਰਸ ਲੱਗੇ ਹੈ। ਇਟ ਸਟਾਰਟਸ ਅ ਕਨਵਰਸੇਸ਼ਨ ਕਿ ਬੱਚਿਆਂ ਨੂੰ ਪਤਾ ਚੱਲੇ ਕਿ ਕਿ ਕਿਉਂਕਿ ਅਸੀਂ ਇਹ ਵਰਡ ਅਸੀਂ ਇਸਤੇਮਾਲ ਹੀ ਨਹੀਂ ਕਰ ਰਹੇ। ਆਈ ਥਿੰਕ ਇਟਸ ਇੰਪੋਰਟੈਂਟ ਫॉर them ਟੂ ਸੀ ਇਟ ਐਂਡ ਟੂ ਥਿੰਕ ਅਬਾਊਟ ਇਟ ਐਂਡ ਟੂ ਡੂ ਕਨਵਰਸੇਸ਼ਨ, ਐਂਡ ਉਹਦੇ ਬਾਰੇ ਉਹ ਸੋਚਣ, ਇੰਟਰਸਪੈਕਸ਼ਨ ਕਰਨ, ਔਰ ਟੀਚਰਸ ਵੀ ਇਸ ਬਾਰੇ ਚਰਚਾ ਕਰਨ, ਤਾਂ ਕਿ ਉਹ ਬੱਚਿਆਂ ਨੂੰ ਇਹ ਗੱਲਾਂ ਸਿਖਾਈਆਂ ਜਾਣ। ਇਹ ਗੱਲਾਂ ਕੋਈ ਬੱਚਾ ਢਿੱਡੋਂ, ਮਾਂ ਦੇ ਢਿੱਡ ਵਿੱਚੋਂ ਸਿੱਖ ਕੇ ਨਹੀਂ ਆਉਂਦਾ। ਜਿੱਥੇ ਉਹ ਜਾ ਰਹੇ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਵਿੱਚ, ਉੱਥੇ ਚੀਜ਼ਾਂ ਸਿਖਾਈਆਂ ਜਾਣੀਆਂ ਚਾਹੀਦੀਆਂ। ਔਰ ਇਦਾਂ ਦੇ ਕਰਿਕੂਲਮ, ਇਦਾਂ ਦੇ ਪ੍ਰੋਗਰਾਮਸ ਜਿਹੜੇ ਨੇ, ਉਹ ਵਾਕਈ ਸਕੂਲਾਂ ਦੇ ਵਿੱਚ ਸ਼ੁਰੂਆਤ ਉਹਨਾਂ ਦੀ ਕਰਨੀ ਚਾਹੀਦੀ ਹੈ। ਕਮਿਊਨਿਟੀਆਂ ਬਾਰੇ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ। ਹਰ ਕਮਿਊਨਿਟੀ ਦਾ ਕੋਈ ਨਾ ਕੋਈ ਬਹੁਤ ਹੀ ਅਹਿਮ ਰੋਲ ਹੈਗਾ। ਸੋ ਕੈਨੇਡਾ ਵਰਗੇ ਮੁਲਕ ਦੇ ਵਿੱਚ ਰਚਨਾ ਜੀ, ਹੁਣ ਜਦੋਂ ਤੁਸੀਂ ਦੱਸਿਆ ਸੀ ਵੀ ਜਿਹਦੀ ਬੁਨਿਆਦ ਹੀ ਜਿਹੜੀ ਹੈ
ਹੈ ਨਾ, ਉਹ ਰੇਸਿਜ਼ਮ ਦੀ ਬਹੁਤ ਵੱਡੀ ਐਗਜ਼ਾਮਪਲ ਦੇ ਉੱਤੇ ਹੀ ਰੱਖੀ ਗਈ ਹੈ। ਜਦੋਂ ਅਸੀਂ ਇਹ ਚੀਜ਼ ਸੁਣਦੇ ਹਾਂ, ਆਈ ਥਿੰਕ ਉਸ ਤੋਂ ਪਹਿਲਾਂ ਜਦੋਂ ਤੱਕ ਕਿ ਪਤਾ ਹੀ ਨਹੀਂ ਚੱਲਿਆ ਸੀਗਾ ਕਿ ਜਿਹੜੇ ਮੂਲ ਵਾਸੀ ਨੇ, ਨੇਟਿਵਸ ਨੇ, ਉਹਨਾਂ ਨਾਲ ਹੋਇਆ ਕੀ ਹੈ। ਖਬਰਾਂ ਮਿਲੀਆਂ ਤਾਂ ਸਾਰਿਆਂ ਨੂੰ ਸ਼ਾਇਦ ਹਿਸਟਰੀ ਪਤਾ ਲੱਗੀ, ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਸੀਗੀ। ਜਦੋਂ ਅਸੀਂ ਖਬਰਾਂ ਰਿਪੋਰਟ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹਦੀ ਡੂੰਘਾਈ ਤੱਕ ਅਸੀਂ ਜਾ ਕੇ, ਈਵਨ ਅਸੀਂ ਉਸ ਜਗ੍ਹਾ ਤੇ ਵੀ ਗਏ, ਅਸੀਂ ਉੱਥੇ ਜਾ ਕੇ ਵੀ ਉਸ ਜਗ੍ਹਾ ਨੂੰ ਸਮਝਿਆ, ਜਾਣਿਆ ਵੀ ਉੱਥੇ ਕੀ ਐਕਚੁਅਲ ਦੇ ਵਿੱਚ ਹੋਇਆ ਸੀ। ਤਾਂ ਬੜਾ ਸਟ੍ਰੇਂਜ ਹੈ, ਉਹ ਬਹੁਤ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਤੇ ਚਿੰਤਾਜਨਕ ਹੈ ਵੀ ਜਿਹੜੇ ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ, ਜਿੱਥੇ ਅਸੀਂ ਬੈਠੇ ਹਾਂ, ਉੱਥੇ ਆਹ ਚੀਜ਼ ਹੋ ਚੁੱਕੀ ਹੋਈ ਹੈ ਜਿਹੜੀ ਕਿਸੇ ਨੂੰ ਪਤਾ ਨਹੀਂ ਹੈ। ਤੇ ਉਹ ਵੀ ਚੀਜ਼ ਇੱਕ ਰਚਨਾ ਜੀ ਐਗਜ਼ਾਮਪਲ ਬਣ ਜਾਂਦੀ ਹੈ। ਲੋਕੀ ਉੱਥੋਂ ਵੀ ਬੜੇ ਅੰਦਾਜ਼ੇ ਲਾਉਂਦੇ ਨੇ। ਲੋਕੀ ਕਹਿੰਦੇ ਨੇ ਕਿ ਜਿਹਦੀ ਬੁਨਿਆਦ ਆਪ ਇੱਦਾਂ ਦੇ ਵੱਡੇ ਜਿਹੜੇ ਆ ਘਟਨਾ ਦੇ ਉੱਤੇ ਰੱਖੀ ਗਈ ਹੋਵੇ, ਉਹ ਬਾਕੀਆਂ ਲਈ ਕੀ ਕਰ ਸਕਦੇ ਨੇ? ਉਹ ਸਿਰਫ ਪ੍ਰੋਗਰਾਮ ਅਨਾਊਂਸਮੈਂਟ ਕਰਨਗੇ, ਉਹ ਗੱਲਾਂ ਕਰਨਗੇ, ਪਰ ਸ਼ਾਇਦ ਜ਼ਿਆਦਾ ਕੁਝ ਹੋ ਨਹੀਂ ਸਕਦਾ। ਫੈਡਰਲ ਗਵਰਨਮੈਂਟ ਤੇ ਤੁਸੀਂ ਗੱਲ ਕੀਤੀ, ਉਹਨਾਂ ਨੇ ਅੰਕੜਿਆਂ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਵੀ ਦਿੱਤੀ ਹੈ, ਔਰ ਉਹਨਾਂ ਨੇ ਦੱਸਿਆ ਵੀ 2019-2020 ਦਾ ਜਿਹੜਾ ਡਾਟਾ ਹੈ ਉਹ ਕਹਿੰਦਾ ਕੀ ਹੈ ਓਵਰਆਲ ਕੈਨੇਡਾ ਦਾ। ਤਾਂ ਉਹਦੇ ਵਿੱਚ ਹੁਣ ਕੀ ਲੱਗਦਾ ਹੈ, ਹੋਰ ਸਟੈਪ ਸਖਤੀ ਨਾਲ ਚੁੱਕਣ ਦੀ ਲੋੜ ਹੈਗੀ ਹੈ? ਕੋਈ ਇਹੋ ਜਿਹੇ ਪ੍ਰੋਗਰਾਮ ਲਿਆਉਣ ਦੀ ਤੁਸੀਂ ਖੁਦ ਲੋੜ ਮਹਿਸੂਸ ਕਰਦੇ ਹੋ ਜਿਨ੍ਹਾਂ ਲਈ ਸਾਰੇ MLA, MPs, ਫੈਡਰਲ ਗਵਰਨਮੈਂਟ, ਸੂਬਾ ਸਰਕਾਰਾਂ ਮਿਲ ਕੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਕੰਮ ਕਰਨ? ਐਬਸੋਲੂਟਲੀ ਇਹ ਕੋਈ ਇਟਸ ਅ ਨਾਨ ਪਾਰਟੀਸਨ ਇਸ਼ੂ, ਰਾਈਟ? ਇਹ ਕੋਈ ਪਾਰਟੀਬਾਜ਼ੀ ਦਾ ਇਸ਼ੂ ਨਹੀਂ ਹੈਗਾ ਕਿ ਇੱਕ ਸਰਕਾਰ ਕਰ ਰਹੀ ਹੈ ਤੇ ਦੂਜੇ ਬੰਦਾ ਨਹੀਂ ਕਰ ਰਿਹਾ ਜਾਂ ਮੈਂ ਉਹਨੂੰ ਕਾਊਂਟਰ ਕਰ ਰਿਹਾ ਹੈਗਾ। ਦਿਸ ਇਜ਼ ਲਾਈਕ ਵੀ ਆਰ ਆਲ ਟੂਗੇਦਰ ਇਨ ਦਿਸ, ਐਂਡ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿਹੜੀ ਤੁਸੀਂ ਇੰਡੀਜਨਸ ਭਾਈਚਾਰੇ ਦੀ ਗੱਲ ਕੀਤੀ, ਉਹ ਜਿਹੜੀ ਪਿਛਲੇ ਸਾਲ ਜਦੋਂ ਕਬਰਾਂ ਮਿਲੀਆਂ, ਅਨਮਾਰਕਡ ਗ੍ਰੇਵਸ ਮਿਲੀਆਂ, ਦਿਲ ਨੂੰ ਹਲੂਣ ਵਾਲੀ ਉਹ ਖਬਰ ਸੀਗੀ। ਪਰ ਇਟ ਵਾਸ ਨਾਟ ਇਹ ਵਾਲੀ ਜਿਹੜੀ ਗੱਲ ਹੈ, ਜਿਹੜਾ ਇੰਡੀਜਨਸ ਭਾਈਚਾਰਾ ਤਾਂ ਸਦੀਆਂ ਤੋਂ ਕਹਿ ਰਿਹਾ ਸੀਗਾ, ਰਾਈਟ? ਉਹ ਕਬਰਾਂ 200 ਕਬਰਾਂ ਮਿਲ ਗਈਆਂ ਤੇ ਅਸੀਂ ਕਿਹਾ ਓ ਮਾਈ ਗॉड, ਇਹ ਸਾਡੀ ਹਿਸਟਰੀ ਹੈਗੀ ਹੈ। ਅਸੀਂ ਬਹੁਤ ਇੱਥੇ ਵਿਜਿਲਸ ਕੀਤੇ, ਸਭ ਕੁਝ ਕੀਤਾ, ਪਰ ਦਿਸ ਇਜ਼ ਵਾਟ ਦੇ ਵਰ ਸੇਇੰਗ ਫॉर ਸੋ ਮੈਨੀ ਇਅਰਸ, ਔਰ ਕੋਈ ਉਹਨਾਂ ਨੂੰ ਬਲੀਵ ਨਹੀਂ ਕਰਦਾ ਸੀਗਾ। ਸੋ ਦਿਸ ਇਜ਼ ਰੇਸਿਜ਼ਮ, ਰਾਈਟ? ਕਿ ਤੁਸੀਂ ਉਹਨਾਂ ਬਾਰੇ ਪੜਾਇਆ ਨਹੀਂ ਜਾ ਰਿਹਾ ਸੀਗਾ। ਮੇਰੇ ਪ੍ਰੀਮੀਅਰ ਹਾਰਗਨ ਬਾਰ-ਬਾਰ ਇਹ ਗੱਲ ਕਹਿੰਦੇ ਕਿ ਜਦ ਉਹਨਾਂ ਨੇ 2 ਮਾਸਟਰਸ ਕੀਤੀਆਂ ਹੈਗੀਆਂ, ਕਹਿੰਦੇ ਜਦ ਮੈਂ ਕਰ ਰਿਹਾ ਸੀਗਾ, ਕਦੀ ਵੀ ਮੇਰੇ ਕਰਿਕੂਲਮ ਦੇ ਵਿੱਚ ਇੰਡੀਜਨਸ ਭਾਈਚਾਰੇ ਜਾਂ ਉਹਨਾਂ ਦੀ ਹਿਸਟਰੀ ਬਾਰੇ ਕੁਝ ਵੀ ਨਹੀਂ ਜ਼ਿਕਰ ਹੀ ਨਹੀਂ ਸੀ। ਸੋ how would our kids know, how our future generation knows? So I think ਜਦ ਅਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਸ਼ਹਿਰੀ, that is very important। ਤੁਸੀਂ ਵੀ ਗੱਲ ਕੀਤੀ ਕਿ ਜਿਹੜੇ ਸਾਡੇ ਨਾਲ ਹਿਸਟੋਰਿਕ ਰੋਂਗਸ ਹੋਏ ਹੈਗੇ, ਉਹ ਸਾਡੇ ਕਰਿਕੂਲਮ ਦੇ ਵਿੱਚ ਦਰਜ ਹੋਣੇ ਚਾਹੀਦੇ। ਹੁਣੇ ਹੀ ਪਿਛਲੇ 2 ਹਫ਼ਤੇ ਪਹਿਲਾਂ ਜਿਹੜੇ ਮਿਨਿਸਟਰ ਵਾਈਟ ਸਾਈਡ ਹੈਗੇ, ਸਾਡੇ ਐਜੂਕੇਸ਼ਨ ਮਿਨਿਸਟਰ, ਉਹਨਾਂ ਨੇ ਐਲਾਨ ਕੀਤਾ ਕਿ ਇੱਕ ਤੁਹਾਨੂੰ ਗ੍ਰੈਜੂਏਟ ਹੋਣ ਲਈ ਤੁਹਾਨੂੰ ਇੱਕ ਇੰਡੀਜਨਸ ਲੈਂਸ ਵਾਲਾ, ਜਿਹੜਾ ਇੰਡੀਜਨਸ ਭਾਈਚਾਰੇ ਦੀ ਜਾਣਕਾਰੀ ਵਾਲਾ ਕੋਰਸ ਕਰਨਾ ਹੀ ਪਏਗਾ, ਰਾਈਟ? ਐਂਡ I think this is a big step. This is like what the community has been asking for far too long. कि बच्चे जानते, और मेरे बच्चों ਨੂੰ ਵੀ ਮੈਂ ਕਹੂੰਗੀ, my son graduated in 2017। ਥੋੜਾ ਬਹੁਤ ਕਿਉਂਕਿ ਸਾਡੇ ਘਰ ਵਿੱਚ ਚਰਚਾ ਹੁੰਦੀ ਹੈਗੀ ਹੈ, ਅਸੀਂ ਉਹਨੂੰ ਦੱਸਿਆ ਇੰਡੀਜਨਸ ਭਾਈਚਾਰੇ ਬਾਰੇ, ਪਰ ਉਸ ਤੋਂ ਪਹਿਲਾਂ ਉਹਨੂੰ ਇੰਨੀ ਜ਼ਿਆਦਾ ਚਰਚਾ ਨਹੀਂ ਹੋ ਰਹੀ ਸੀ। ਪਰ ਮੈਂ ਆਈ ਸੌ ਦਾ ਸ਼ਿਫਟ ਜਦ ਸ਼ਾਇਸਤਾ, ਮੇਰੀ ਛੋਟੀ ਬੱਚੀ ਹੁਣ ਜਾ ਰਹੀ ਹੈ ਸਕੂਲ ਦੇ ਵਿੱਚ, ਐਲੀਮੈਂਟਰੀ ਸਕੂਲ 'ਚ ਹੀ ਚਰਚਾ ਹੋਣ ਲੱਗ ਗਈ ਸੀਗੀ। ਬੇਸ਼ੱਕ ਉਹ ਔਰੰਜ ਸ਼ਰਟ ਡੇ ਨੂੰ ਲੈ ਕੇ ਸੀਗੀ, ਉਹਨੂੰ ਮਨਾਉਣ ਦੀ ਗੱਲ ਸੀਗੀ, ਉਹਨੂੰ ਟੀਚਰਸ ਦੱਸ ਰਹੀ ਹੈ ਕਿ ਵਟ ਇਜ਼ ਦ ਸਿਗਨੀਫੀਕੈਂਸ ਆਫ ਔਰੰਜ ਸ਼ਰਟ ਡੇ। ਜਾਂ ਜਦ ਅਸੀਂ ਛੁੱਟੀ ਐਲਾਨੀ ਪਿਛਲੇ ਸਾਲ ਸੈਪਟੰਬਰ ਦੀ ਜਿਹੜੀ ਛੁੱਟੀ ਮਨਾਈ ਗਈ ਇੰਡੀਜਨਸ ਬੱਚਿਆਂ ਕਰਕੇ, ਉਹਨੂੰ ਲੈ ਕੇ ਜਦ ਚਰਚਾ ਹੁੰਦੀ ਹੈ, I think these are landmarks, these are important conversations। ਜਦ ਅਸੀਂ ਨਿੱਕੇ ਵੀ ਲੱਗਦਾ ਕਿ ਔਰੰਜ ਸ਼ਰਟ ਪਾ ਕੇ ਗਏ ਆ, ਉਹਦਾ ਕੀ ਫਾਇਦਾ ਹੋਇਆ? it has a significance। ਉਹਦੇ ਬਾਰੇ ਤਦ it makes kids, ਜਿਹੜੇ ਬੱਚੇ ਹੈ ਉਹਨਾਂ ਨੂੰ ਵੀ ਸੋਚਣ ਦਾ ਮੌਕਾ ਮਿਲਦਾ, ਔਰ ਟੀਚਰਸ ਨੂੰ ਮੌਕਾ ਮਿਲਦਾ ਉਹਨਾਂ ਨੂੰ ਉਸ ਬਾਰੇ ਜਾਣਕਾਰੀ ਦੇਣ ਦਾ। ਪਰ ਹੋਰ ਵੀ ਜਿਹੜੇ ਹਿਸਟੋਰਿਕ ਰੋਂਗਸ ਹੋਏ, ਬੇਸ਼ੱਕ ਉਹ ਕਾਮਾਕਾਟਾ ਮਾਰੂ ਸੀਗਾ, ਜਾਂ ਉਹ ਚਾਈਨੀਜ਼ ਹੈਡ ਟੈਕਸ ਦੀ ਗੱਲ ਕਰਦੇ ਹਾਂ, ਜੈਪਨੀਜ਼ ਇੰਟਰਨਮੈਂਟ ਦੀ ਗੱਲ ਕਰਦੇ ਹੈਗੇ ਆ, ਉਹ ਵੀ ਹਿਸਟੋਰਿਕ ਚੀਜ਼ਾਂ ਜਿਹੜੀਆਂ ਕਿ ਰੰਗਦਾਰ ਲੋਕਾਂ ਨਾਲ ਹੋਈਆਂ। ਕਿ ਅੱਜ ਜਿਹੜੀਆਂ ਸੇਵਾਵਾਂ ਜਾਂ ਅਸੀਂ ਜਿਹੜਾ ਪ੍ਰਿਵਿਲੇਜ, ਜਿਹੜਾ ਅਸੀਂ ਇੰਨਾ ਜ਼ਿਆਦਾ ਮਾਨ ਰਹੇ ਹੈਗੇ ਆ, ਇਟ ਵਾਸ ਨਾਟ ਗਿਵਨ ਟੂ ਅਸ ਔਨ ਪਲੈਟਰ। ਉਹਦੇ ਲਈ ਸਟਰਗਲਸ ਕੀਤੀਆਂ ਹੈਗੀਆਂ ਸਾਡੇ ਭਾਈਚਾਰੇ ਨੇ, ਤੇ ਉਹ ਵੀ ਸਾਡੇ ਬੱਚਿਆਂ ਨੂੰ ਕਿੰਨਾ ਪਤਾ ਕਾਮਾਕਾਟਾ ਮਾਰੂ ਬਾਰੇ। ਆਈ ਵੁੱਡ ਰੀਅਲੀ ਲਾਈਕ ਟੂ ਨੋ ਫਰਮ ਦ ਪੇਰੈਂਟਸ ਐਜ਼ ਵੈਲ। ਬਿਲਕੁਲ, ਐਗਜ਼ੈਕਟਲੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਰਚਨਾ ਸਿੰਘ ਜੀ ਬੈਠੇ ਨੇ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਢਿੱਲੋਂ ਜੀ, ਮੈਂ ਸੁਣਦੀ ਸੀ ਤੁਹਾਡਾ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਆ ਰਿਹਾ ਨਸਲੀ ਵਿਤਕਰਿਆਂ ਦੇ ਬਾਰੇ। ਹਾਂਜੀ।
ਤੇ ਸੋ ਇੰਨੀ ਗੱਲਾਂ ਕਾਫੀ ਬਹੁਤ ਅੱਛੀਆਂ ਨੇ। ਅਸੀਂ ਵੀ ਮਤਲਬ ਸਾਨੂੰ ਵੀ ਮਤਲਬ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਾਊਂਡਿੰਗਸ ਵਿੱਚ ਜੇ ਕੋਈ ਏਦਾਂ ਦਾ ਹੋ ਰਿਹਾ ਤੇ ਉਹਨੂੰ ਆਪਾਂ ਇੰਟਰਫੇਅਰ ਕਰਕੇ ਅਗਲਿਆਂ ਨੂੰ ਕਹਿ ਸਕਦੇ ਹਾਂ, ਸਮਝਾ ਸਕਦੇ ਹਾਂ, ਹਨਾ। ਬਾਕੀ ਸਕੂਲ ਲੈਵਲ ਤੇ ਜਿਹੜਾ ਇਹ ਕਹਿ ਰਹੇ ਨੇ ਇਹ ਤਾਂ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਇਨਵਾਇਰਨਮੈਂਟ ਬੱਚੇ ਨੂੰ ਉਹੋ ਜਿਹਾ ਦਿਓਗੇ, ਬੱਚੇ ਦੇ ਦਿਮਾਗ 'ਚ ਇਹ ਚੀਜ਼ ਪਾਓਗੇ ਤੇ ਇਹ ਚੀਜ਼ ਨੈਚੁਰਲੀ ਘਟੇਗੀ ਜ਼ਰੂਰ, ਹਨਾ। ਜੀ ਬਿਲਕੁਲ। ਤੇ ਬਾਕੀ ਮੈਂ ਤਾਂ ਇਹੀ ਕਹਾਂਗੀ ਕਿ ਜਿੱਦਾਂ ਸਾਡੀ ਗੁਰਬਾਣੀ 'ਚ ਵੀ ਹੈ ਕਿ ਇੱਕੋ ਤੁਕ ਚ ਮਹਾਰਾਜ ਨੇ ਕਹਿਤਾ ਮਾਨਸ ਕੀ ਜਾਤ ਸਭੈ ਕੇ ਪਹਿਚਾਨ, ਇਸ ਤੋਂ ਵੱਡਾ ਤੇ ਐਗਜ਼ਾਮਪਲ ਕੋਈ ਹੈ ਹੀ ਨਹੀਂ, ਹਨਾ। ਬਿਲਕੁਲ ਬਿਲਕੁਲ। ਇਹ ਲੋਗੋ ਦੇ ਕੇ ਜੇ ਅਸੀਂ ਆਪਣੇ ਮਤਲਬ ਸਰਾਊਂਡਿੰਗਸ ਵਿੱਚ ਇਹਦਾ ਪ੍ਰਚਾਰ ਕਰੀਏ ਤੇ ਕਾਫੀ ਫਰਕ ਪੈ ਸਕਦਾ ਹੈ। ਬਾਕੀ ਸਕੂਲ ਵਿੱਚ ਇਹ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਇੰਨਾ ਸੀ ਮੇਰਾ ਵਿਚਾਰ। ਜੀ ਥੈਂਕ ਯੂ ਢਿੱਲੋਂ ਜੀ, ਥੈਂਕ ਯੂ ਜੀ। ਬਾਕੀ ਢਿੱਲੋਂ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ ਵੀ ਗੁਰਬਾਣੀ ਦੀਆਂ ਤੁਕਾਂ ਆਈ ਥਿੰਕ ਹਰ ਗ੍ਰੰਥ ਹਰ ਧਰਮ ਦੇ ਵਿੱਚ ਇਹ ਚੀਜ਼ ਸਿਖਾਈ ਜਾਂਦੀ ਹੈ ਕਿ ਨਸਲੀ ਵਿਤਕਰੇ ਇਹ ਉਹ ਸਾਰੀ ਗ੍ਰੰਥਾਂ ਦੇ ਵਿੱਚ ਚੀਜ਼ ਦਿੱਤੀ ਹੈ, ਪਰ ਉਹ ਗੱਲ ਵੱਖਰੀ ਵੀ ਅਸੀਂ ਇੰਪਲੀਮੈਂਟ ਬਹੁਤ ਘੱਟ ਕਰਦੇ। ਗ੍ਰੰਥ ਪੜ੍ਹੇ ਅਸੀਂ ਸਾਰਿਆਂ ਨੇ ਹੋਏ ਆ ਤੇ ਪਰ ਉਹਦੇ ਉੱਤੇ ਇੰਪਲੀਮੈਂਟ ਸਾਡੇ ਤੋਂ ਇੰਨਾ ਹੋ ਨਹੀਂ ਪਾਉਂਦਾ, ਬਟ ਵੀ ਸ਼ੁੱਡ ਸਾਨੂੰ ਕਰਨਾ ਚਾਹੀਦਾ। ਔਰ ਇਹਦੇ ਵਿੱਚ ਖਾਸ ਤੌਰ ਤੇ ਇਹ ਹੈ ਵੀ ਜਿਵੇਂ ਢਿੱਲੋਂ ਦੀ ਇੱਕ ਗੱਲ ਦੇ ਵਿੱਚ ਮੈਨੂੰ ਬਹੁਤ ਸੋਹਣਾ ਵਰਡ ਮਿਲਿਆ ਵੀ ਸਾਡੀ ਸਾਰਿਆਂ ਦੀ ਆਪਣੇ ਤੌਰ ਦੇ ਉੱਤੇ ਜਿਹੜੀ ਰਚਨਾ ਦੀ ਜ਼ਿੰਮੇਵਾਰੀ ਵੀ ਬਣਦੀ। ਨਾ ਤਾਂ ਅਸੀਂ ਫੁੱਲੀ ਤੁਹਾਡੇ ਤੇ ਡਿਪੈਂਡਡ ਹੋ ਸਕਦੇ ਹਾਂ ਵੀ ਰਚਨਾ ਜੀ ਬੈਠੇ ਨੇ ਉਹ ਉਹਦੇ ਤੇ ਕਰ ਰਹੇ ਨੇ ਉਸ ਸਬਜੈਕਟ ਤੇ ਕੰਮ ਤੇ ਉਹ ਪ੍ਰੋਗਰਾਮ ਲਿਆਉਣਗੇ ਤੇ ਖਤਮ ਹੋਊਗਾ ਇੰਨੇ ਤੇ, ਜਾਂ ਫੈਡਰਲ ਸਰਕਾਰ ਦੇ ਉੱਤੇ ਸੂਬਾ ਸਰਕਾਰਾਂ ਤੇ ਵੀ ਅਸੀਂ ਜ਼ਿੰਮੇਵਾਰੀ ਨਹੀਂ ਸਿੱਟ ਕੇ ਬੈਠ ਸਕਦੇ, ਕਿਉਂਕਿ ਸਾਡੇ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਰੇਸਿਸਟ ਚੀਜ਼ਾਂ ਹੁੰਦੀਆਂ ਨੇ, ਚਾਹੇ ਅਸੀਂ ਵਰਕਿੰਗ ਅਦਾਰੇ ਦੇ ਵਿੱਚ ਹੈਗੇ ਹਾਂ, ਖੇਡਾਂ ਦੇ ਵਿੱਚ ਆ, ਸਕੂਲਾਂ ਦੇ ਵਿੱਚ ਆ, ਹਰ ਜਗ੍ਹਾ ਦੇ ਉੱਤੇ ਅਸੀਂ ਕਦੀ ਕਿਸੇ ਨੂੰ ਟਿੱਪਣੀ ਕਰ ਵੀ ਦਿੰਦੇ ਹਾਂ ਖੁਦ ਵੀ, ਜਿਹਦਾ ਸਾਨੂੰ ਘੱਟ ਪਤਾ ਲੱਗਦਾ। ਸਾਨੂੰ ਤਾਂ ਨਹੀਂ, ਤੁਸੀਂ ਹੁਣ ਇੱਕ ਵਰਡ ਬੋਲਿਆ ਸੀ ਆਪਾਂ ਕਹਿੰਦੇ ਨੇ ਨਹੀਂ ਮੈਂ ਰੇਸਿਸਟ ਨਹੀਂ ਹਾਂ, ਹੁੰਨੇ ਅਸੀਂ ਸਾਰੇ ਹੀ ਹਾਂ, ਹੈ ਨਾ। ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਵੀ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਟਲੀ ਸਾਡੀ ਆਪਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਦੋ ਸ਼ਖਸ ਅਸੀਂ ਬੈਠੇ ਵੀ ਗੱਲਾਂ ਕਰ ਰਹੇ ਹਾਂ ਤੇ ਅਸੀਂ ਉਹਨੂੰ ਵੀ ਸਮਝਾਈਏ ਤੇ ਮੈਂ ਆਪਣੇ ਆਪ ਨੂੰ ਵੀ ਸਮਝਾਵਾਂ ਵੀ ਨਹੀਂ ਇਹ ਤੂੰ ਵੀ ਨਹੀਂ ਇਹ ਚੀਜ਼ ਕਰਨੀ ਤੇ ਨਾ ਸਾਹਮਣੇ ਵਾਲਾ ਕਰੇ, ਕਿਉਂਕਿ ਅਸੀਂ ਸਾਰੇ ਪੈਦਾ ਕਰ ਰਹੇ ਹਾਂ ਰੇਸਿਜ਼ਮ ਨੂੰ। ਛੋਟੀਆਂ ਛੋਟੀਆਂ ਐਗਜ਼ਾਮਪਲਾਂ, ਵਰਡ ਅਸੀਂ ਨਹੀਂ ਦਿੰਦੇ ਉਹਨੂੰ ਰੇਸਿਜ਼ਮ, ਪਰ ਹੈ ਸ਼ੁਰੂਆਤ ਅਸੀਂ ਸਾਰੇ ਹੀ ਕਰਦੇ ਹਾਂ, ਕੀਤੀ ਅਸੀਂ ਹੋਈ ਹੈ। ਸੋ ਇਹ ਸਭ ਦੀ ਇੰਡੀਵਿਜੂਅਲ ਤੌਰ ਦੇ ਉੱਤੇ ਵਾਕਈ ਬਣਦੀ ਆ ਆਪਣੀ ਆਪਣੀ ਜ਼ਿੰਮੇਵਾਰੀ ਵੀ ਜਿਹਦੇ ਤੋਂ ਅਸੀਂ ਸਾਰੇ ਜਣੇ ਆ ਕਿਤੇ ਨਾ ਕਿਤੇ ਕੁਝ ਸਿੱਖ ਸਕੀਏ ਤੇ ਇਹਨੂੰ ਘਟਾਉਣ ਦੇ ਵਿੱਚ ਯੋਗਦਾਨ ਪਾ ਸਕੀਏ। ਬਹੁਤ ਹੀ ਖੂਬਸੂਰਤ ਗੱਲ ਕੀਤੀ ਤੁਸੀਂ ਸ਼ਰੀ, ਔਰ ਇਹਨਾਂ ਨੇ ਵੀ, ਭੈਣ ਜੀ ਨੇ ਵੀ, ਜੀ ਕਿ ਜਿਹੜਾ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹਾਂ ਕਿ ਸਰਕਾਰਾਂ ਦੀ ਤਾਂ ਜ਼ਿੰਮੇਵਾਰੀ ਹੈਗੀ ਕਿ ਸਰਕਾਰਾਂ ਆਪਣਾ ਕਦੀ ਵੀ ਪੱਲਾ ਨਹੀਂ ਛਡਾ ਸਕਦੀਆਂ ਔਰ ਕਦੀ ਵੀ ਨਹੀਂ ਕਹਿ ਸਕਦੀਆਂ ਕਿ ਇਹ ਸੁਸਾਇਟੀ ਵਿੱਚ ਵਿਚਰ ਰਿਹਾ ਤੇ ਅਸੀਂ ਕੁਝ ਕਰ ਨਹੀਂ ਸਕਦੇ, ਬਿਕੋਜ਼ ਇਟ ਇਜ਼ ਦੇ ਹੈਵ ਦ ਪਾਵਰ, ਦੇ ਹੈਵ ਦ ਰਿਸੋਰਸਿਸ ਟੂ ਟੈਕਲ ਇਟ। ਪਰ ਹੈ ਕਿ ਸਰਕਾਰਾਂ ਕੱਲੀਆਂ ਨਹੀਂ ਕਰ ਪਾਉਂਦੀਆਂ। ਸਰਕਾਰਾਂ ਨੂੰ ਜਿਹੜੀ ਅਸੀਂ ਅਵੇਅਰਨੈਸ ਕੈਂਪੇਨਸ ਦੀ ਵੀ ਗੱਲ ਕਰਦੇ ਹੈਗੇ ਆ, ਉਹ ਇਹੀ ਹੈ ਕਿ ਜਿਹੜੀ ਸਾਡੀ ਜਨਤਾ ਹੈਗੀ ਹੈ, ਸਾਡਾ ਸਮਾਜ ਜਿਹੜਾ ਹੈਗਾ ਅਵੇਅਰ ਹੋਵੇ ਤੇ ਉਹ ਵੀ ਸਟੈਪਸ ਲੈ ਸਕੇ। ਤੇ ਜਦ ਅਸੀਂ ਬਾਰ-ਬਾਰ ਜਦ ਅਸੀਂ ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਐਡਸ ਪਾਉਂਦੇ ਹੈਗੇ ਐਂਟੀ ਰੇਸਿਜ਼ਮ ਬਾਰੇ, ਉਹਦਾ ਕਾਰਨ ਇਹੀ ਹੁੰਦਾ ਹੈ ਕਿ ਤੁਹਾਡੀ ਕੈਪੈਸਿਟੀ ਹੈਗੀ ਹੈ ਉਹਦਾ ਪੂਰਾ ਇਸਤੇਮਾਲ ਕਰੋ। ਜੇ ਮੈਂ ਐਜ਼ ਰਚਨਾ ਸਿੰਘ, ਜੇ ਮੈਂ MLA ਨਹੀਂ ਵੀ ਹੈਗੀ ਹਾਂ, ਜੇ MLA ਨਹੀਂ ਆ ਤੇ ਦੈਟ ਡਜ਼ਨਟ ਮੀਨ ਕਿ ਮੇਰੀ ਰਿਸਪੌਂਸਿਬਿਲਿਟੀ ਅੱਜ ਖਤਮ ਹੋ ਗਈ ਹੈ। ਮੈਂ ਉਸੇ ਸਮਾਜ ਵਿੱਚ ਵਿਚਰ ਰਹੀ ਹਾਂ ਜਿੱਥੇ ਨਸਲਵਾਦ ਸਾਹਮਣੇ ਨਜ਼ਰ ਆਉਂਦਾ, ਤੁਹਾਨੂੰ ਕਿਤੇ ਨਾ ਕਿਤੇ ਰੂਪ ਵਿੱਚ, ਨੰਗੇ ਚਿੱਟੇ ਰੂਪ ਵਿੱਚ ਕਈ ਵਾਰ ਤੁਹਾਨੂੰ ਨਜ਼ਰ ਆਏਗਾ। ਬੇਸ਼ੱਕ ਉਹ ਮੁਸਲਮਾਨਾਂ ਦੇ ਖਿਲਾਫ ਜਿਹੜੀ ਨਫ਼ਰਤ ਹੈ ਜਾਂ ਇੰਡੀਜਨਸ ਲੋਕਾਂ ਬਾਰੇ, ਬਲੈਕ ਕਮਿਊਨਿਟੀ ਬਾਰੇ ਅਸੀਂ ਕਿਵੇਂ ਦੇ ਵਿਚਾਰ ਰੱਖੇ ਹੁੰਦੇ ਆ, ਐਂਡ ਇਟ ਸ਼ੋਜ਼ and in our conversation ਕਈ ਵਾਰ ਅਸੀਂ ਕੋਈ ਲਫ਼ਜ਼ ਵੀ ਬੋਲਦੇ ਹੈਗੇ ਆ which is very derogatory, ਔਰ ਜੇ ਮੈਂ ਇੱਕ ਮਹਿਫਿਲ 'ਚ ਬੈਠੀ ਉਹ ਲਫ਼ਜ਼, ਉਹ ਚਰਚਾ ਸੁਣ ਰਹੀ ਹਾਂ, ਕਨਵਰਸੇਸ਼ਨ ਸੁਣ ਰਹੀ ਹਾਂ ਔਰ ਮੈਂ ਉਹਨੂੰ ਕਾਊਂਟਰ ਨਹੀਂ ਕੀਤਾ, ਮੈਂ ਵੀ ਉਹਦੇ ਵਿੱਚ ਉਨੀ ਹੀ ਸ਼ਰੀਕ ਸੀ। ਸੋ ਇਟ ਇਜ਼ ਅਨਕੰਫਰਟੇਬਲ, ਇਟਸ ਨਾਟ ਈਜ਼ੀ, ਕਿਉਂਕਿ ਤੁਸੀਂ ਦੋਸਤਾਂ ਦੇ ਵਿੱਚ ਬੈਠੇ ਹੋ, ਕਈ ਵਾਰ ਜ਼ਿਆਦਾ ਲੋਕਾਂ ਦੇ ਵਿੱਚ ਬੈਠੇ ਹੋ ਔਰ ਤੁਹਾਨੂੰ ਉੱਥੇ ਉੱਠ ਕੇ ਉਹਨੂੰ ਕਾਊਂਟਰ ਕਰਨਾ, ਆਈ ਥਿੰਕ ਦੈਟ ਇਜ਼ ਦ ਟਫੈਸਟ ਚੈਲੰਜ। ਮੈਨੂੰ ਲੱਗਦਾ ਵੀ ਸਾਡੇ ਲੋਕ ਕਾਊਂਟਰ ਉਦੋਂ ਕਰਦੇ ਨੇ ਜਦੋਂ ਉਹਨਾਂ ਦੇ ਨਾਲ ਹੁੰਦੀ ਹੈ ਇਹ ਚੀਜ਼, ਜੇ ਉਹਨਾਂ ਨੂੰ ਲੱਗਦਾ ਕਿ ਮੈਨੂੰ ਕੀ ਫਰਕ ਪਿਆ। ਹਾਂ, ਮੈਨੂੰ ਇਹ ਉਹਨੂੰ ਕਿਹਾ ਤੇ ਅਸੀਂ ਬਹੁਤ ਸਾਰੇ ਦੇਖੇ ਵੀ ਇਹਦਾ ਦੇ ਕੇਸ, ਈਵਨ ਕਿ ਮੈਨੂੰ ਲੱਗਦਾ ਕਿ ਰੇਸਿਜ਼ਮ ਨੂੰ ਕਈ ਲੋਕ ਜਾਣ ਪਾਏ ਨਹੀਂ, ਪਹਿਚਾਨ ਨਹੀਂ ਪਾਏ। ਕਈ ਵਾਰੀ ਸਿਰਫ ਨੋਰਮਲ ਵੀ ਕਿਸੇ ਨਾਲ ਕੋਈ ਗੱਲ ਜਾਂ ਕੋਈ ਖਿੱਚਬਾਜ਼ੀ ਹੋ ਜਾਂਦੀ ਤੇ ਉਹਨੂੰ ਵੀ ਰੇਸਿਜ਼ਮ ਦਾ ਨਾਮ ਦੇਣ ਲੱਗੇ ਨੇ ਅੱਜ ਕੱਲ੍ਹ। ਇਹ ਵੀ ਇੱਕ ਦੂਜਾ ਪਹਿਲੂ ਹੈਗਾ ਇਸ ਚੀਜ਼ ਦਾ ਵੀ ਜਿਹਨਾਂ ਨੂੰ ਰੇਸਿਜ਼ਮ ਬਾਰੇ ਪਤਾ ਨਹੀਂ, ਪਰ ਉਹਨਾਂ ਨਾਲ ਸਾਡੇ ਨਾਲ ਇਹ ਰੇਸਿਜ਼ਮ ਹੋਇਆ ਜੀ। ਜਦੋਂ ਅਸੀਂ ਉਦੋਂ ਇਸ ਬਾਰੇ ਬੋਲਦੇ ਹਾਂ ਨਾ, ਉਦੋਂ ਸਾਨੂੰ ਕਿਤੇ ਨਾ ਕਿਤੇ ਇਹ ਦੇਖਣਾ ਚਾਹੀਦਾ ਵੀ ਹਾਂ ਕਿਸੇ ਟਾਈਮ ਮੇਰੇ ਸਾਹਮਣੇ ਕੋਈ ਲੋਕ ਬੈਠ ਕੇ ਇਹ ਚੀਜ਼ ਕਰ ਰਹੇ ਸੀ ਤੇ ਮੈਂ ਉਹਨਾਂ ਨੂੰ ਰੋਕ ਨਹੀਂ ਪਾਇਆ। ਬਿਲਕੁਲ। ਔਰ ਤੁਸੀਂ ਇਹ ਗੱਲ ਕੀਤੀ ਜਦ ਅਸੀਂ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਹਾਂ, ਅਸੀਂ ਜਰਮਨੀ ਦੀ ਜਦ ਐਗਜ਼ਾਮਪਲ ਦਿੰਦੇ ਹਾਂ, ਜਦ ਹਿਟਲਰ ਨੇ ਪੂਰਾ ਆਪਣਾ ਕਹਿਰ ਮਚਾਇਆ ਸੀਗਾ ਜਿਊਜ਼ ਦੇ ਖਿਲਾਫ ਦੇ ਵਿੱਚ,
ਇੱਕ ਇਹ ਕਹਾਵਤ ਹੈ ਕਿ ਪਹਿਲਾਂ ਉਹ ਟ੍ਰੇਡ ਯੂਨੀਅਨਿਸਟ ਦੇ ਕੋਲ ਆਏ ਦੇ ਖਿਲਾਫ ਬੋਲੇ, ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀਗਾ। ਫਿਰ ਉਹ ਸੋਸ਼ਲਿਸਟ ਤੇ ਬੋਲੇ, ਤਦ ਮੈਂ ਨਹੀਂ ਬੋਲਿਆ ਕਿਉਂਕਿ ਮੈਂ ਨਹੀਂ ਸੀਗਾ। ਤਦ ਉਹ ਕਿਸੇ ਹੋਰ ਤਬਕੇ ਬਾਰੇ ਬੋਲੇ, ਹੋਰ ਤਬਕੇ ਬਾਰੇ ਬੋਲੇ। ਫਿਰ ਐਂਡ ਵਿੱਚ ਜਦ ਉਹ ਮੈਨੂੰ ਲੈਣ ਆਏ ਤੇ ਕੋਈ ਬੋਲਣ ਵਾਲਾ ਰਹਿ ਹੀ ਨਹੀਂ ਗਿਆ ਸੀ। ਸੋ ਦਿਸ ਇਜ਼ ਇਟ ਇਜ਼ ਨੋਟ ਕਿ ਉਹ ਮੇਰਾ ਭਾਈਚਾਰਾ ਹੈਗਾ। ਜੇ ਮੈਂ ਕਿਸੇ ਇੰਡੀਜਨਸ ਭਾਈਚਾਰੇ ਬਾਰੇ ਬੋਲਦੀ ਹੈਗੀ ਹਾਂ, ਜੇ ਉਹਨਾਂ ਦੇ ਹੱਕ 'ਚ ਬੋਲਦੀ ਹਾਂ, ਆਈ ਐਮ ਨੋਟ ਇੰਡੀਜਨਸ, ਰਾਈਟ, ਕਿ ਮੈਨੂੰ ਦੈਟ ਡਜ਼ਨਟ ਮੀਨ ਕਿ ਮੈਂ ਇੰਡੀਜਨਸ ਨਹੀਂ ਹੈਗੀ, ਮੈਨੂੰ ਉਹਨਾਂ ਦੇ ਹੱਕਾਂ ਦੀ ਪਰਵਾਹ ਨਹੀਂ ਹੋਏਗੀ। ਜੇ ਮੈਨੂੰ ਆਪਣੇ ਬੱਚੇ ਦੀ ਪਰਵਾਹ ਹੈਗੀ ਹੈ, ਆਈ ਐਮ ਵੈਰੀ ਵਰੀਡ ਅਬਾਊਟ ਵਾਟ ਇਜ਼ ਹੈਪਨਿੰਗ ਟੂ ਦੈਟ ਚਾਈਲਡ। ਇਫ ਕਿਸੇ ਮੁਸਲਮਾਨ ਬੱਚੇ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ, ਕੋਈ ਉਹਨੂੰ ਕੋਈ ਨਸਲੀ ਗਾਲ ਕੱਢਦਾ ਹੈਗਾ ਜਾਂ ਕਿਸੇ ਕਮਿਊਨਿਟੀ ਬਾਰੇ ਕੁਝ ਕਿਹਾ ਜਾਂਦਾ ਹੈਗਾ ਇਨ ਅ ਗੈਦਰਿੰਗ, ਤੇ ਮੈਂ ਉਹਦੇ ਤੇ ਚੁੱਪ ਕਰਕੇ ਬਹਿ ਜਾਂਦੀ ਹੈਗੀ, ਕੱਲ ਨੂੰ ਉਹ ਮੇਰੀ ਕਮਿਊਨਿਟੀ ਦੇ ਉੱਤੇ ਵੀ ਹੋਏਗਾ। ਕੱਲ ਉਹ ਮੈਂ ਕਹੂੰਗੀ ਕਿ ਮੈਂ ਇੱਕ ਸਿੱਖ ਕਮਿਊਨਿਟੀ ਤੋਂ ਆਈ ਹਾਂ ਤੇ ਮੈਂ ਉਹਦੇ ਤੋਂ ਉਹ ਹੋ ਜਾਊਂਗੀ, ਇਮਿਊਨ ਹੋ ਜਾਊਂਗੀ। ਨੋ, ਇਟ ਇਜ਼ ਨਾਟ ਗੋਣਾ ਸਟਾਪ ਐਟ ਵਨ ਲੈਵਲ। ਜਿਹੜੀ ਨਫ਼ਰਤ ਹੈਗੀ ਹੈ, ਜੋ ਰੋਕੀ ਨਹੀਂ ਜਾਏਗੀ ਨਾ ਸ਼ਹਿਰੀ, ਤੇ ਉਹਨੇ ਵਧੀ ਜਾਣਾ ਹੈਗਾ। ਇੱਕ ਫੋਰਸ ਨਾਲ ਤੁਹਾਨੂੰ ਰੋਕਣਾ ਪਏਗਾ। ਦੈਟਸ ਇਟ। I'm not going to take it. I'm not going to tolerate it. And that's what we want in our systems. ਕਿ ਜਦ ਮੈਂ ਇੱਕ ਨਸਲੀ ਭਾਸ਼ਾ ਸੁਣਦੀ ਹਾਂ, ਮੈਂ ਉਹਦੇ ਤੇ ਕਾਊਂਟਰ ਕਰਾਂ। ਜੇ ਮੈਨੂੰ ਲੱਗਦਾ ਕਿ ਇੱਕ ਨਸਲਵਾਦ ਹੋ ਰਿਹਾ ਹੈਗਾ, ਉਹ ਸਿਸਟੈਮਿਕ ਤੌਰ ਤੇ ਹੋ ਰਿਹਾ, ਬੇਸ਼ੱਕ ਉਹ ਸਾਡੀ ਇੰਪਲੋਇਮੈਂਟ ਪਾਲਿਸੀਜ਼ ਨੂੰ ਲੈ ਕੇ ਹੈਗਾ ਜਾਂ ਸਾਡੀ ਐਜੂਕੇਸ਼ਨ ਪਾਲਿਸੀਜ਼ ਨੂੰ ਲੈ ਕੇ ਹੈਗਾ, I think as a politician, as a privileged person in the government, I have a responsibility to talk about it. ਪਰ ਕੱਲੀ ਮੇਰੀ ਰਿਸਪੌਂਸਿਬਿਲਿਟੀ ਨਹੀਂ ਹੈਗੀ, ਮੇਰੇ ਕੋਲੀਗਸ ਦੀ ਵੀ ਉਨੀ ਰਿਸਪੌਂਸਿਬਿਲਿਟੀ ਹੈ। ਕੱਲੀ ਰਚਨਾ ਸਿੰਘ ਕਿਉਂਕਿ ਉਹ ਪਾਰਲੀਮੈਂਟਰੀ ਸਕੱਤਰ ਹੈ ਐਂਟੀ ਰੇਸਿਜ਼ਮ ਦੀ, ਇਸ ਕਰਕੇ ਕੱਲਾ ਮੇਰੇ ਤੇ ਭਾਰ ਨਹੀਂ ਹੈਗਾ ਇਸ ਚੀਜ਼ ਦਾ। ਮੇਰੇ ਸਾਰੇ ਕੋਲੀਗਸ ਜਿਹੜੇ ਹੈਗੇ ਉਹਨਾਂ ਤੇ ਵੀ ਉਨਾ ਹੀ ਰਿਸਪੌਂਸਿਬਿਲਿਟੀ ਹੈ। ਔਰ ਜਿਹੜੀ ਮੈਂਡੇਟ ਲੈਟਰ ਸਾਡੇ ਪ੍ਰੀਮੀਅਰ ਹਾਰਗਨ ਨੇ ਦਿੱਤੀ ਸੀਗੀ ਸਾਰੇ ਮਿਨਿਸਟਰਸ ਨੂੰ, ਉਹਦੇ ਤੇ ਲਿਖਿਆ ਸੀਗਾ ਕਿ ਆਪਣੇ ਕੰਮ ਨੂੰ ਐਂਟੀ ਰੇਸਿਜ਼ਮ ਲੈਂਸ ਨਾਲ ਦੇਖੋ। ਬੇਸ਼ੱਕ ਉਹ ਹਰ ਥਾਂ ਤੇ, ਬੇਸ਼ੱਕ ਉਹ এনवायरमेंट ਦੀ ਵੀ ਗੱਲ ਹੋਵੇ, এনवायरमेंट ਜਿਹੜੇ ਸਾਡੇ ਪਾਰਕਸ ਹੈਗੇ ਹੈ, how accessible they are, how friendly they are, we have to see it. So ਹਰ ਕਈ ਚੀਜ਼ਾਂ ਜਿਹੜੀ ਸਾਨੂੰ ਲੱਗਦਾ ਕਿ ਉਹਦੇ ਚ ਰੇਸਿਜ਼ਮ ਨਹੀਂ ਹੋ ਰਿਹਾ, you have to use that anti racism lens, ਔਰ ਤੁਹਾਨੂੰ ਲੱਗੇਗਾ ਕਿ ਇਹਦੇ ਚ ਇੰਪਰੂਵਮੈਂਟ ਕਰਨ ਦੀ ਲੋੜ ਹੈ। ਬਿਲਕੁਲ। So it's all our responsibility. ਗਵਰਨਮੈਂਟਸ ਆਪਣਾ ਕੰਮ ਕਰ ਰਹੀਆਂ, ਉਹਨਾਂ ਨੂੰ ਹੋਰ ਕੰਮ ਕਰਨ ਦੀ ਲੋੜ ਹੈਗੀ ਹੈ। ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਵੀ ਤੁਹਾਡਾ ਕੰਮ ਹੈਗਾ। ਜਿਹੜੇ ਅੱਜ ਜਿਹੜੀਆਂ ਗਵਰਨਮੈਂਟਸ ਇਹਨਾਂ ਕੰਕਰੀਟ ਐਕਸ਼ਨਸ ਲੈ ਰਹੀਆਂ, ਉਹ ਵੀ ਲੋਕਾਂ ਨੇ ਆਵਾਜ਼ ਉਠਾਈ ਸੀ ਸ਼ਹਿਰੀ, ਤਾਂ ਉਹਨਾਂ ਨੇ ਇਸ ਚੀਜ਼ ਤੇ ਸੋਚਿਆ ਕਿ ਹਾਂ ਦਿਸ ਇਜ਼ ਐਨ ਇੰਪੋਰਟੈਂਟ ਇਸ਼ੂ, ਵੀ ਨੀਡ ਟੂ ਵਰਕ ਔਨ ਇਟ। ਜੇ ਲੋਕੀ ਚੁੱਪ ਕਰਕੇ ਬੈਠੇ ਰਹਿਣ, ਨਹੀਂ ਜੀ ਐਵਰੀਥਿੰਗ ਇਜ਼ ਫਾਈਨ, ਨਹੀਂ ਤਾਂ ਇਹਦੇ ਚ ਚੇਂਜ ਆਏਗੀ ਨਹੀਂ, ਅਸੀਂ ਕੁਝ ਕਰਾਂਗੇ ਹੀ ਨਹੀਂ, ਇਹ ਤਾਂ ਸਦੀਆਂ ਤੋਂ ਚੱਲ ਰਿਹਾ, ਤਾਂ ਨਥਿੰਗ ਵਿਲ ਹੈਪਨ। ਔਰ ਰਚਨਾ ਜੀ ਦੀ ਇੱਕ ਹੋਰ ਪਹਿਲੂ ਹੈਗਾ, ਇੱਕ ਤਾਂ ਹੁੰਦਾ ਨਾ ਕਿ ਕਿਸੇ ਅਦਰ ਕਮਿਊਨਿਟੀ ਨੇ ਦੂਜੀ ਕਮਿਊਨਿਟੀ ਦੇ ਉੱਤੇ ਕਰ ਦਿੱਤਾ, ਇੱਕ ਤਾਂ ਉਹ ਰੇਸਿਜ਼ਮ, ਇੱਕ ਰੇਸਿਜ਼ਮ ਉਹ ਹੈ ਜਿਹੜਾ ਆਪਣੇ ਨਾਲ ਹੀ ਕਰਦੇ ਨੇ। ਸਾਡੀ ਪੰਜਾਬੀ ਕਮਿਊਨਿਟੀ ਦੀ ਮੈਂ ਇੱਥੇ ਜ਼ਿਆਦਾ, ਅਸੀਂ ਕਿਉਂਕਿ ਸਾਊਥ ਇੱਥੇ ਏਸ਼ੀਅਨ ਕਮਿਊਨਿਟੀ ਦੀ ਅਸੀਂ ਗੱਲ ਕਰ ਰਹੇ ਸੀ, ਵੀ ਜਿਹੜਾ ਆਏ ਨੇ ਅੰਕੜੇ, ਉਹਦੇ ਮੁਤਾਬਕ ਏਸ਼ੀਅਨ ਕਮਿਊਨਿਟੀ ਨੇ ਬਹੁਤ ਜ਼ਿਆਦਾ ਇਹ ਚੀਜ਼ ਉਹਨਾਂ ਨੇ ਹੰਡਾਈ ਹੈ। ਕੋਵਿਡ ਦੌਰਾਨ, ਜਿਹੜਾ ਮਹਾਮਾਰੀ ਦੌਰਾਨ ਉਹਨਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਇੱਦਾਂ ਦੇ ਲੋਕਾਂ ਨਾਲ ਵੀ ਸਾਡੀ ਮੁਲਾਕਾਤ ਹੋ ਜਾਂਦੀ ਹੈ, ਜਾਂ ਅਸੀਂ ਜੋ ਦੇਖਦੇ ਹਾਂ ਉਹਦੇ ਵਿੱਚ ਬਹੁਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਹੀ ਨੇ, ਆਪਣਿਆਂ ਦੇ ਨਾਲ ਹੀ ਰੇਸਿਜ਼ਮ ਕਰ ਰਹੇ ਨੇ। ਮੈਂ ਇਹਦੇ ਵਿੱਚ ਜਦੋਂ ਮੈਨੂੰ ਇੱਕ ਵਰਡ ਬਹੁਤ ਹਮੇਸ਼ਾ ਚੁਭਦਾ ਹੁੰਦਾ, ਹੋ ਸਕਦਾ ਮੈਂ ਇਹਦੇ ਤੇ ਗਲਤ ਹੋਵਾਂ, ਪਰ ਇੱਕ ਜਦੋਂ ਅਸੀਂ ਗੱਲ ਕਹਿੰਦੇ ਨਾ ਵੀ ਆਹ ਜਿਹੜੇ ਲੋਕ ਨੇ ਇਹਨਾਂ ਨੂੰ ਬੇਸਮੈਂਟ ਨਹੀਂ ਦੇਣੀ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਨਾ ਇਹਨਾਂ ਨੂੰ ਘਰ ਨਹੀਂ ਦੇਣੇ, ਹੈ ਨਾ। ਤੇ ਮੈਂ ਤਾਂ ਇਹ ਸੋਚਦੀ ਹੁੰਦੀ ਵੀ ਇਹ ਵੀ ਤਾਂ ਰੇਸਿਜ਼ਮ ਹੋ ਗਿਆ ਇੱਕ ਤਰ੍ਹਾਂ ਦਾ, ਮਤਲਬ ਕਿ ਚੁਣ ਕੇ ਲੋਕਾਂ ਦੀ ਲਿਸਟ ਬਣਾਈ ਗਈ ਹੈ ਜਿਹੜੇ ਆਪਣੇ ਹੀ ਨੇ, ਪਰ ਉਹਨਾਂ ਨੂੰ ਆਹ ਚੀਜ਼ ਨਹੀਂ ਦੇਣੀ। 2 ਲੋਕ ਖਰਾਬ ਹੋ ਗਏ, 4 ਨਾਲ ਐਕਸਪੀਰੀਅੰਸ ਮਾੜਾ ਹੋ ਗਿਆ, 10 ਨਾਲ ਐਕਸਪੀਰੀਅੰਸ ਮਾੜਾ ਹੋ ਗਿਆ, ਆਪਾਂ ਸਾਰਿਆਂ ਤੇ ਟੈਗ ਨਹੀਂ ਲਗਾ ਸਕਦੇ। ਉਹ ਤਾਂ ਫਿਰ ਆਪਾਂ ਇੱਕ ਕਿਸਮ ਦਾ ਵਾਕਈ ਰੇਸਿਜ਼ਮ ਕਰ ਰਹੇ ਇੱਕ ਦੂਜੇ ਦੇ ਨਾਲ ਹੀ, ਜਿਹਦਾ ਆਪਾਂ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਆਪਾਂ ਨੂੰ ਨਹੀਂ ਇਹ ਰੇਸਿਜ਼ਮ ਨਹੀਂ ਹੈ। ਸੋ ਤੁਸੀਂ ਇਹਦੇ ਤੇ ਪਲੀਜ਼ ਥੋੜਾ ਕਲੀਅਰ ਕਰੋ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਹੋ ਸਕਦਾ ਮੈਂ ਗਲਤ ਹੋਵਾਂ। ਨੋ, ਰੇਸਿਜ਼ਮ ਵਰਡ ਇਜ਼ ਲਾਈਕ ਜਿਹੜਾ ਰੰਗ ਤੇ ਤੁਹਾਡੇ ਕਿਸੇ ਜਿਹੜਾ ਭੇਦਭਾਵ ਹੋਇਆ ਰੰਗ ਦੇ ਬੇਸ ਦੇ ਉੱਤੇ, ਜਾਂ ਤੁਹਾਡੇ ਰੰਗ, ਤੁਹਾਡੀ ਨਸਲ ਜਾਂ ਐਥਨੀਸਿਟੀ ਨੂੰ ਲੈ ਕੇ ਜਦ ਤੇ ਉਹਨੂੰ ਰੇਸਿਜ਼ਮ ਹੈ। ਸੋ ਇਟਸ ਅ ਵੈਰੀ ਜਦ ਅਸੀਂ ਰੇਸਿਜ਼ਮ ਤੇ ਜਿਹੜੀ ਕੁਆਇਨ ਹੋਇਆ ਸੀਗਾ ਵਰਡ, ਉਹ ਕਾਲਿਆਂ ਨੂੰ ਲੈ ਕੇ ਹੋਇਆ ਸੀਗਾ, ਔਰ ਜਿਹੜਾ ਇੰਟਰਨੈਸ਼ਨਲ ਡੇ ਟੂ ਐਂਡ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਾਲਿਆਂ ਨੂੰ ਲੈ ਕੇ ਸੀਗਾ, ਕਿ ਕਿਉਂਕਿ ਰੰਗ ਬਹੁਤ ਜ਼ਿਆਦਾ ਇੱਕ ਉਹਨਾਂ ਲਈ ਬੈਰੀਅਰ ਹੈਗਾ ਟੂ ਐਕਸੈਸ ਸਰਵਿਸਿਜ਼। ਪਰ ਜਦ ਅਸੀਂ ਜਿਹੜੇ ਤੁਸੀਂ ਐਗਜ਼ਾਮਪਲ ਦਿੱਤਾ, ਇਹ ਡਿਸਕ੍ਰਿਮੀਨੇਸ਼ਨ ਹੈਗਾ, ਰਾਈਟ। ਸੋ ਵੀ ਹੈਵ ਟੂ ਬੀ ਕੇਅਰਫੁਲ, ਰੇਸਿਜ਼ਮ ਐਂਡ ਡਿਸਕ੍ਰਿਮੀਨੇਸ਼ਨ। ਪਰ ਮੈਂ ਇਹ ਕਹੂੰਗੀ ਕਿ ਉਹ ਡਿਸਕ੍ਰਿਮੀਨੇਸ਼ਨ ਕਿਸੇ ਵੀ ਤਰ੍ਹਾਂ ਨਾਲ ਉਹ ਠੀਕ ਹੈਗਾ। ਔਰ ਇਹ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ, ਮੈਂ ਬਹੁਤ ਸੁਣੀ ਹੈਗੀ, ਬਹੁਤ ਜ਼ਿਆਦਾ, ਕਿ ਸਾਡੇ ਹੀ ਲੋਕ ਜਿਹੜੇ ਇੱਥੇ ਇਮੀਗ੍ਰੈਂਟ ਬਣ ਕੇ ਆਏ ਹੈ ਸ਼ਹਿਰੀ, ਉਹਨਾਂ ਨੇ ਸਾਰੀਆਂ ਸੇਵਾਵਾਂ
ਜਿਹੜੀਆਂ ਮਾਣੀਆਂ ਇਸ ਦੇਸ਼ ਦੇ ਸਾਰੇ they have benefited from this word ਔਰ ਮੈਂ ਉਹਨਾਂ ਨਾਲ ਕਈ ਵਾਰ ਗੱਲ ਕਰੂੰਗੀ, ਉਹ ਕਹਿੰਦੇ ਜੀ ਤੁਸੀਂ ਇਮੀਗ੍ਰੇਸ਼ਨ ਬਹੁਤ ਵਧਾਤੀ ਹੈਗੀ ਹੈ। ਹਾਲਾਂਕਿ ਇਮੀਗ੍ਰੇਸ਼ਨ ਸਾਡਾ ਮਸਲਾ ਨਹੀਂ ਹੈ, ਇਟਸ ਅ ਫੈਡਰਲ ਮਸਲਾ, ਪਰ ਇੱਕ ਸਧਾਰਨ ਬੰਦੇ ਨੂੰ ਪਤਾ ਨਹੀਂ ਹੁੰਦਾ। ਤਾਂ ਮੈਂ ਕਹੂੰਗੀ ਪਰ ਸਾਨੂੰ ਲੇਬਰ ਦੀ ਲੋੜ ਹੈਗੀ ਹੈ, ਸਾਨੂੰ ਵੀ ਨੀਡ ਮੋਰ ਪੀਪਲ। ਕੈਨੇਡਾ ਤਾਂ ਅਜੇ ਵੀ ਕਿੰਨਾ ਪਾਰਟ ਕੈਨੇਡਾ ਦੇ ਖਾਲੀ ਪਏ ਹੈਗੇ। ਕਹਿੰਦੇ ਨਹੀਂ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਬੁਲਾ ਲਏ। ਤੇ ਮੈਂ ਕਿਹਾ ਪਰ ਸਾਡੇ ਬੱਚੇ ਵੀ ਤਾਂ ਪੜ੍ਹਦੇ ਹੈਗੇ, ਪਰ ਉਹ ਤਾਂ ਵਾਪਸ ਨਹੀਂ ਜਾਣਗੇ, ਉਹ ਪਰਮਾਨੈਂਟ ਹੋ ਜਾਣਗੇ। ਮੈਂ ਕਿਹਾ ਸੋ ਵਾਟ, ਅਸੀਂ ਵੀ ਤਾਂ ਇਮੀਗ੍ਰੈਂਟ ਬਣ ਕੇ ਆਏ ਸੀ, ਅਸੀਂ ਜਾਂ ਚੀਜ਼ਾਂ ਕੀਤੀਆਂ ਸੀ, ਇਟ ਵਾਸ ਫਾਈਨ। ਬਿਲਕੁਲ। ਅੱਜ ਕੋਈ ਇੱਕ ਬੱਚਾ ਕਿਸੇ ਦਾ ਬੱਚਾ ਕਰ ਰਿਹਾ ਹੈ ਤੇ ਮੈਨੂੰ ਬੜੀ ਤਕਲੀਫ ਹੋ ਰਹੀ ਹੈ। ਔਰ ਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਇਹ ਮੋਸਟਲੀ ਪੇਰੈਂਟਸ ਹੈਗੇ, ਰਾਈਟ, ਕਿ ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਬਹੁਤ ਫਿਕਰ ਹੈ। ਔਰ ਮੈਨੂੰ ਕਈ ਵਾਰ ਇਸ ਗੱਲ ਤੇ ਹੈਰਾਨੀ ਜ਼ਰੂਰ ਹੁੰਦੀ ਹੈ ਐਜ਼ ਅ ਮਦਰ ਮਾਈਸੈਲਫ, ਮੈਨੂੰ ਜੇ ਆਪਣੇ ਬੱਚੇ ਦੀ ਇੰਨੀ ਫਿਕਰ ਹੈ ਕਿ ਮੇਰਾ ਬੱਚਾ ਯੂਨੀਵਰਸਿਟੀ 'ਚ ਜਾ ਰਿਹਾ ਹੈ, ਮੈਂ ਉਹਦੇ ਲਈ ਇੰਨੀ ਚਿੰਤਤ ਹੈਗੀ ਹਾਂ, ਜਾਂ ਸਕੂਲ 'ਚ ਹਾਈ ਸਕੂਲ 'ਚ ਪੜ੍ਹ ਰਹੀ ਹੈ ਮੇਰੀ ਬੱਚੀ, ਤੇ ਮੈਂ ਇੱਕ ਕਿਸੇ ਹੋਰ ਦੇ ਬੱਚੇ ਲਈ ਜਿਹੜਾ ਮੇਰੇ ਵਰਗਾ ਹੀ ਲੱਗਦਾ, ਐਂਡ ਮੈਂ ਕਿਉਂ ਇੰਨੀ ਜ਼ਿਆਦਾ ਵੰਚਿਤ ਹੋ ਸਕਦੀ ਹਾਂ ਜਾਂ ਕਿੰਨੀ ਜ਼ਿਆਦਾ ਕੋਰੀ ਹੋ ਸਕਦੀ ਹਾਂ ਉਸ ਬੱਚੇ ਦੀ ਨੀਡਸ ਨੂੰ ਲੈ ਕੇ, ਰਾਈਟ। ਕਿ ਜੇ ਉਹ ਕੋਈ ਬੱਚਾ ਗਲਤ ਗੱਲਾਂ, ਅਸੀਂ ਸਟੀਰੀਓਟਾਈਪਸ ਬਣਾਏ ਜੀ, ਬਹੁਤ ਰੌਲਾ ਪਾਉਂਦੇ ਹੈਗੇ ਹੈ, ਬਹੁਤ ਗਦਰ ਮਚਾਉਂਦੇ ਜੀ, ਬਹੁਤ ਜ਼ਿਆਦਾ ਖਬਰਾਂ ਆਉਂਦੀਆਂ ਜੀ, ਇਹ ਤਾਂ ਸਟ੍ਰਾਬੇਰੀ। ਔਰ ਇੱਕ ਕੰਪਲੇਂਟ ਵੀ ਰਚਨਾ ਜੀ ਮੈਨੂੰ ਸਟੂਡੈਂਟਸ ਨੇ ਕੀਤੀ ਸੀਗੀ, ਇੱਕ ਸਟੂਡੈਂਟਸ ਦਾ ਗਰੁੱਪ ਹੈਗਾ ਜਿਨ੍ਹਾਂ ਨਾਲ ਮੇਰੀ ਨਾਰਮਲੀ ਤੌਰ ਤੇ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਮੈਂ ਉਹਨਾਂ ਕੋਲ ਬਹੁਤ ਸਾਰੀਆਂ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਦੀ ਹੁੰਦੀ, ਉਹਨਾਂ ਦੀਆਂ ਵੀ ਸੁਣਦੀ ਹੁੰਦੀ ਹਾਂ। ਉਹ ਹਮੇਸ਼ਾ ਇਸ ਗੱਲੋਂ ਬੜਾ ਖਫਾ ਰਹਿੰਦੇ ਨੇ ਵਿਚਾਰੇ, ਕਹਿੰਦੇ ਸਾਨੂੰ ਜਦੋਂ ਇਦਾਂ ਕਹਿੰਦੇ ਹੇਟ ਕ੍ਰਾਈਮ ਦੀਆਂ ਗੱਲਾਂ ਕਰਦੇ ਨੇ ਸਾਰੇ ਜਣੇ, ਹੇਟ ਕ੍ਰਾਈਮ, ਸਾਡੇ ਨਾਲ ਨਫ਼ਰਤ ਕਿਉਂ ਕਰਦੇ ਨੇ। ਬਿਲਕੁਲ ਠੀਕ ਹੈ, ਉਹਨਾਂ ਨੇ ਇਸ ਚੀਜ਼ ਨੂੰ ਇਹ ਨਾਮ ਦਿੱਤਾ, ਕਹਿੰਦੇ ਸਾਨੂੰ ਤਾਂ ਐਂ ਲੱਗਦਾ ਵੀ ਸਾਨੂੰ ਕੱਟ ਆਫ ਕੀਤਾ ਜਾ ਰਿਹਾ ਆਪਣੇ ਆਪ ਤੋਂ, ਸਾਡੇ ਆਪਣੇ ਹੀ ਸਾਨੂੰ ਕੱਟ ਆਫ ਕਰਦੇ, ਸਾਨੂੰ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਨੇ ਉਹ ਵੈਲਕਮ ਕਰ ਰਹੀਆਂ ਨੇ, ਸਾਨੂੰ ਉਹ ਕਰ ਦਿੰਦੇ ਨੇ, ਸਾਡੀਆਂ ਉਹ ਹੈਲਪ ਕਰ ਰਹੇ ਨੇ, ਹੈ ਨਾ। ਸੋ ਕੁਝ ਲੋਕ ਇੱਥੇ, ਮੈਂ ਸਾਰਿਆਂ ਨੂੰ ਤਾਂ ਨਹੀਂ ਕਹਾਂਗੀ ਵੀ ਸਾਰੇ ਇਦਾਂ ਕਰਦੇ ਨੇ, ਹੈ ਨਾ। ਔਰ ਸਰੀ ਦੇ ਵਿੱਚ ਤਾਂ ਬਹੁਤ ਉੱਭਰ ਕੇ ਆਇਆ। ਹਾਂਜੀ ਬਿਲਕੁਲ। ਬੇਸਮੈਂਟਸ ਦੇ ਰੇਟ ਵੱਧ ਗਏ ਤੇ ਲੋਕਾਂ ਨੇ ਕਿਹਾ ਦੇ ਬਲੇਮਡ ਇਟ ਔਨ ਇੰਟਰਨੈਸ਼ਨਲ ਸਟੂਡੈਂਟਸ, ਐਗਜ਼ੈਕਟਲੀ। ਕੋਈ ਵੀ ਚੀਜ਼ ਦਾ ਕੁਝ ਵੀ ਜਦ ਨੈਗੇਟਿਵ ਕਨਸੀਕੁਐਂਸ ਦੇਖਦੇ ਹੈਗੇ ਆ, ਪਰ ਬੇਸਮੈਂਟ ਦੇ ਰੇਟ ਵਧਾਏ ਕਿੰਨੇ, ਰਾਈਟ। ਐਂਡ ਫਿਰ ਤੁਸੀਂ, ਪਰ ਅਸੀਂ ਜਿਹੜੀ ਚੀਜ਼ ਨਹੀਂ ਦੇਖਦੇ, ਜੇ ਤੁਸੀਂ ਕਿਸੇ ਵਾਲਮਾਰਟ ਤੇ ਚਲੇ ਜਾਓ, ਕਿਸੇ ਸੁਪਰ ਸਟੋਰ ਤੇ ਜਾਓ, ਕਿਸੇ ਗੈਸ ਸਟੇਸ਼ਨ ਤੇ ਜਾਓ, ਕਿਸੇ ਰੈਸਟੋਰੈਂਟ 'ਚ ਚਲੇ ਜਾਓ, ਹੂ ਇਜ਼ ਵਰਕਿੰਗ ਦੇਅਰ, ਸ਼ਰੀ, ਸਾਡੇ ਬੱਚੇ ਨਹੀਂ ਕੰਮ ਕਰ ਰਹੇ ਉੱਥੇ। ਦੀਜ਼ ਆਰ ਦ ਕਿਡਸ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਪੜ੍ਹਾਈ ਵੀ ਕਰ ਰਹੇ ਔਰ ਇੱਥੇ 2-2 3-3 ਜੌਬਾਂ ਵੀ ਕਰ ਰਹੇ ਔਰ ਨਾਲ ਐਕਸਪਲੋਇਟ ਵੀ ਹੋ ਰਹੇ ਹੈਗੇ। ਐਂਡ ਮੈਨੂੰ ਇਸ ਗੱਲ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਕਿ ਉਹ ਬੱਚਾ, ਮੇਰਾ ਕੋਈ ਵੀ ਬੱਚਾ ਐਕਸਪਲੋਇਟ ਨਾ ਹੋਵੇ। ਜੇ ਮੈਂ ਆਪਣੇ ਬੱਚੇ ਨੂੰ ਐਕਸਪਲੋਇਟ ਹੁੰਦਾ ਨਹੀਂ ਦੇਖਣਾ ਚਾਹੁੰਦੀ, ਔਰ ਸਪੈਸ਼ਲੀ ਬਹੁਤ ਜ਼ਿਆਦਾ ਗੱਲਾਂ ਆ ਰਹੀਆਂ ਬੱਚੀਆਂ ਦੇ ਸ਼ੋਸ਼ਣ ਬਾਰੇ, ਰਾਦਰ ਦੈਨ ਉਹਦੇ ਉੱਤੇ ਮਜ਼ਾ ਲੈਣ ਨਾਲ ਮੈਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਇਫ ਆਈ ਡੋਂਟ ਵਾਂਟ ਦੈਟ ਥਿੰਗ ਟੂ ਹੈਪਨ ਟੂ ਮਾਈ ਓਨ ਡਾਟਰ, ਹਾਊ ਕੈਨ ਆਈ think of this and not work on it। ਮੈਂ ਤਾਂ ਚਾਹੂੰਗੀ ਕਿ ਮੈਨੂੰ ਉਸ ਚੀਜ਼ ਬਾਰੇ ਜੇ ਕੋਈ ਉਹਨਾਂ ਬਾਰੇ ਕੋਈ ਸਪੋਰਟ ਸਿਸਟਮਸ ਹੋਣ, ਔਰ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਜਿਹੜੀਆਂ ਸਾਡੀ ਕਮਿਊਨਿਟੀ ਆਰਗੇਨਾਈਜੇਸ਼ਨਸ ਹੈ ਹੈਲਪ ਕਰ ਰਹੀਆਂ ਹੈਗੀਆਂ, ਬੇਸ਼ੱਕ ਕੋਈ ਡਾਇਵਰਸਿਟੀ ਵਰਗੀ ਆਰਗੇਨਾਈਜੇਸ਼ਨ ਹੈ, ਪਿਕਸ ਵਰਗੀਆਂ, ਬਹੁਤ ਜ਼ਿਆਦਾ, ਕਿਉਂਕਿ ਇਹ ਕੌਨਫੀਡੈਂਸ਼ੀਅਲ ਮਾਮਲਾ ਹੈਗਾ, ਉਹ ਗੱਲਾਂ ਜ਼ਿਕਰ ਨਹੀਂ ਕਰਨਗੇ, ਪਰ ਲੋਟ ਆਫ ਵਰਕ ਇਜ਼ ਬੀਇੰਗ ਡਨ ਔਨ ਦੈਟ। ਐਂਡ ਵੀ ਐਜ਼ ਅ ਸੋਸਾਇਟੀ ਸ਼ੁੱਡ ਬੀ ਵਰੀਡ, ਕਿਸੇ ਨਾਲ ਵੀ ਕੋਈ ਵੀ ਡਿਸਕ੍ਰਿਮੀਨੇਸ਼ਨ ਵੀ ਹੋ ਰਿਹਾ, ਵੀ ਨੀਡ ਟੂ ਸਪੀਕ ਅਪ। ਬਿਲਕੁਲ, ਸ਼ਾਇਦ ਇਹੀ ਕਿ ਅਸੀਂ ਬੋਲਣਾ ਬਹੁਤ ਜ਼ਰੂਰੀ ਹੁੰਦਾ, ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ। ਸ਼ਾਇਦ ਇਹੀ ਉਹ ਸਟੂਡੈਂਟ ਦੀ ਸ਼ਿਕਾਇਤ ਸੀ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ, ਵੀ ਉਹ ਵਿਚਾਰੇ ਲੱਗਦੇ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ, ਸੋ ਇਹ ਤੇ ਜ਼ਿਕਰ ਜ਼ਰੂਰ ਕੀਤਾ ਜਾਏ। ਰਚਨਾ ਜੀ, ਹੁਣ ਇਹ ਅਸੀਂ ਕੋਵਿਡ ਆਇਆ, ਹੋਰ ਜਿਹੜੇ ਆ ਓਮਿਕਰੋਨ ਵੇਰੀਐਂਟ ਆਏ, ਉਸ ਤੋਂ ਪਹਿਲਾਂ ਦੀਆਂ ਬਿਮਾਰੀਆਂ, ਸਾਰਿਆਂ ਦੇ ਸੋਲੂਸ਼ਨ ਲੱਭੇ, ਉਹਨਾਂ ਦੀਆਂ ਵੈਕਸੀਨਸ ਲੱਭੀਆਂ। ਇਹ ਜਿਹੜੀ ਬਿਮਾਰੀ ਹੈ, ਇਹਦੀ ਜੜ ਜਿਹੜੀ ਹੈ ਬੜੀ ਸਪੀਡ ਨਾਲ ਵੱਧਦੀ ਪਈ ਹੈ, ਜਿਹਦੀ ਵੈਕਸੀਨ ਕੀ ਹੈ, ਚਲੋ ਕੋਸ਼ਿਸ਼ਾਂ ਸਮੇਂ-ਸਮੇਂ ਤੇ ਕੀਤੀਆਂ ਜਾਂਦੀਆਂ ਔਰ ਸਾਰੀਆਂ ਕੰਟਰੀਜ਼ ਕਰ ਰਹੀਆਂ ਨੇ, ਮਤਲਬ ਸਾਰੇ ਵਰਲਡ ਦੀ ਇਹ ਕੋਸ਼ਿਸ਼ ਰਹਿੰਦੀ ਵੀ ਆਪਣੇ ਆਪਣੇ ਦੇਸ਼ ਦੇ ਵਿੱਚ ਆਪਣੇ ਤੌਰ ਦੇ ਉੱਤੇ ਜਿਹੜੇ ਇਹ ਹੇਟ ਕ੍ਰਾਈਮ ਹੈ, ਜਿਹੜਾ ਇਹ ਹੋ ਰਿਹਾ ਨੇ, ਰੇਸਿਜ਼ਮ ਜਿਹੜਾ ਇੰਨਾ ਵੱਧ ਰਿਹਾ, ਇਹਨੂੰ ਕਿਸੇ ਤਰੀਕੇ ਨਾਲ ਨਫ਼ਰਤ ਨੂੰ ਇਹਨੂੰ ਰੋਕਿਆ ਜਾਵੇ, ਇਹਨੂੰ ਘਟਾਇਆ ਜਾਵੇ। ਹੁਣ ਇਹ ਦੱਸੋ ਵੀ ਜਦੋਂ BC ਦਾ ਅੰਕੜਾ ਇੰਨਾ ਹੈਰਾਨ ਕਰਨ ਵਾਲਾ ਹੈ, BC ਦੇ ਵਿੱਚ ਇੰਨੇ ਮਾਮਲੇ, ਰਿਪੋਰਟ ਸਾਹਮਣੇ ਆਈ ਹੈ ਜਿਹੜੀ ਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਇੱਦਾਂ ਦੀ ਰਿਪੋਰਟ ਆਉਂਦੀ ਹੈ ਤਾਂ ਦਾਗ ਹੀ ਲੱਗਦਾ ਉਸ ਸ਼ਹਿਰ ਦੇ ਉੱਤੇ, ਕਿਉਂਕਿ ਸਰੀ ਦਾ ਨਾਮ ਅਸੀਂ ਜਦੋਂ ਸੁਣਦੇ ਹਾਂ, ਜਦੋਂ BC ਦੀ ਇੱਥੇ ਗੱਲ ਹੁੰਦੀ ਹੈ, ਬੜੀ ਪੋਪੂਲੇਸ਼ਨ, ਖੂਬਸੂਰਤੀ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਛੀਆਂ ਪੋਜ਼ੀਟਿਵ ਗਿਣੀਆਂ ਜਾਂਦੀਆਂ ਨੇ, ਪਰ ਜਦੋਂ ਇੱਦਾਂ ਦੀ ਕੋਈ ਚੀਜ਼ ਆਉਂਦੀ ਉਹ ਤਾਂ ਧੱਬਾ ਲਗਾ ਦਿੰਦੀ ਹੈ ਇੱਕ। ਹੁਣ ਇਹ ਦੱਸੋ ਰਚਨਾ ਜੀ, ਇਸ ਧੱਬੇ ਨੂੰ ਬਟਾਉਣ ਦੇ ਲਈ ਕੀ ਕਰਨਾ ਪਏਗਾ, ਕਿਉਂਕਿ ਸੂਬਾ ਜਿਹੜਾ, ਇਹ ਸੂਬੇ ਦੇ
ਖਿਲਾਫ ਵੱਡੀ ਰਿਪੋਰਟ ਆਈ ਹੈ ਵੀ ਸਭ ਤੋਂ ਜ਼ਿਆਦਾ ਜਿਹੜਾ ਹੇਟ ਕ੍ਰਾਈਮ, ਨਫ਼ਰਤੀ ਜਿਹੜੀਆਂ ਟਿੱਪਣੀਆਂ ਨੇ, ਜਿਹੜੇ ਰੇਸਿਜ਼ਮ ਦੇ ਮਾਮਲੇ ਨੇ ਉਹ BC 'ਚ ਵਧੇ। ਤਾਂ ਹੁਣ ਦੱਸੋ ਵੀ ਇਹ ਕਿਵੇਂ ਧੱਬਾ ਹਟਾਉਣਾ ਇਹਦੇ ਤੋਂ, ਕੀ ਕਰ ਰਹੇ ਹੋ? ਔਰ ਐਂਡ ਵੀ ਟੇਕ ਰਿਸਪੌਂਸਿਬਿਲਿਟੀ ਫॉर ਇਟ ਐਂਡ ਫਸਟ ਆਫ ਆਲ ਟੂ ਐਕਨੋਲੇਜ ਇਟ ਕਿ ਸਾਡੇ ਸੂਬੇ ਵਿੱਚ ਇਹ ਹੋਣਾ ਇੱਕ ਦੁਖਦਾਇਕ ਗੱਲ ਹੈਗੀ ਹੈ। ਐਂਡ ਫਸਟ ਆਫ ਆਲ ਟੂ ਐਕਨੋਲੇਜ ਇਟ ਐਂਡ ਦੈਨ ਟੂ ਸੇ ਕਿ ਸਮਵੇਅਰ ਵੀ ਹੈਵ ਲੈਕਡ, ਮਤਲਬ ਕਿ ਸਾਡੇ ਤੋਂ ਲੋਕਾਂ ਨੇ, ਔਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਅੰਕੜਾ ਠੀਕ ਨਹੀਂ ਹੈਗਾ, ਇਹ ਅੰਕੜਾ ਇਸ ਤੋਂ ਕਿਤੇ ਵੱਧ ਹੋਏਗਾ ਕਿਉਂਕਿ ਬਹੁਤ ਲੋਕੀ ਕੰਫਰਟੇਬਲ ਨਹੀਂ ਫੀਲ ਕਰਦੇ ਹੈਗੇ ਪੁਲਿਸ ਨੂੰ ਕਾਲ ਕਰਨਾ ਜਾਂ ਇਸ ਚੀਜ਼ ਬਾਰੇ ਰਿਪੋਰਟ ਕਰਨਾ। ਹੈ ਅੰਕੜਾ ਉਸ ਤੋਂ ਕਿਤੇ ਜ਼ਿਆਦਾ 3 ਫੋਲਡਸ ਜ਼ਿਆਦਾ ਹੋਏਗਾ ਐਂਡ ਇਟ ਇਜ਼ ਕੰਸਰਨਿੰਗ ਐਂਡ ਆਈ ਥਿੰਕ ਸਰਕਾਰਾਂ ਨੂੰ ਇੱਕ ਤਾਂ ਐਂਟੀ ਰੇਸਿਜ਼ਮ ਨੂੰ ਤਵੱਜੋ ਦੇਣੀ, ਉਹਦੇ ਤੇ ਫੰਡਿੰਗ ਦੇਣੀ ਇਜ਼ ਵੈਰੀ ਇੰਪੋਰਟੈਂਟ। ਔਰ ਕਮਿਊਨਿਟੀਜ਼ ਨੂੰ ਵੀ ਮੈਂ ਕਹੂੰਗੀ ਕਿ ਕੱਲ ਨੂੰ ਅਸੀਂ ਜਦ ਵੀ ਗੱਲ ਹੁੰਦੀ ਹੈ, ਜਦ ਵੀ ਬਜਟ ਆਉਂਦਾ ਹੈਗਾ ਸ਼ਹਿਰੀ, ਲੋਕੀ ਕੀ ਗੱਲ ਕਰਨਗੇ, ਹਸਪੀਟਲ ਨੂੰ ਮਿਲਿਆ ਕਿੰਨਾ ਮਿਲਿਆ ਜਾਂ ਇਨਫਰਾਸਟ੍ਰਕਚਰ ਨੂੰ ਕਿੰਨਾ ਮਿਲਿਆ, ਹੈ ਨਾ, ਮਹਿੰਗਾਈ ਘਟਾਉਣ ਦੀ ਜਾਂ ਔਰ ਵਿਚ ਇਜ਼ ਗ੍ਰੇਟ। ਹਸਪੀਟਲ ਲੋੜ ਹੈ ਸਰੀ ਦੀ, ਸਕੂਲ ਲੋੜ ਹੈਗੇ ਹੈ, ਸੜਕਾਂ ਲੋੜ ਹੈਗੀਆਂ, ਜ਼ਰੂਰ ਮਿਲਣਾ ਚਾਹੀਦਾ। ਪਰ ਹੈਜ਼ ਐਨੀ ਹੋਸਟ ਆਸਕਡ ਐਂਟੀ ਰੇਸਿਜ਼ਮ ਨੂੰ ਕਿੰਨੇ ਪੈਸੇ ਮਿਲੇ, ਰਾਈਟ? ਬਿਲਕੁਲ ਅਸੀਂ ਕਿ ਵੀ ਉਨੇ ਹੀ ਰਿਸਪੌਂਸਿਬਲ ਹੈਗੇ ਕਿਉਂਕਿ ਸਰਕਾਰਾਂ ਤਵੱਜੋ ਉਹਨੂੰ ਦੇ ਰਹੀਆਂ। ਮੈਂ ਕਹਿ ਰਹੀ ਹਾਂ ਕਿ ਅੱਜ ਜਿਹੜੀਆਂ ਕੰਮ ਹੋ ਰਿਹਾ ਇਹ ਕਮਿਊਨਿਟੀ ਐਕਟਿਵਿਸਟ ਨੇ ਕਿਹਾ ਕਿ ਇਹ ਕੰਮ ਕਰੋ ਔਰ ਸਰਕਾਰਾਂ ਨੇ ਉਹਦੇ ਉੱਤੇ ਕੰਮ ਕੀਤਾ ਔਰ ਉਹਨਾਂ ਦੀ ਰਿਸਪੌਂਸਿਬਿਲਿਟੀ ਸੀ ਉਹਨਾਂ ਨੂੰ ਕੰਮ ਕਰਨਾ। ਪਰ ਹੋਰ ਕੰਮ ਕਰਨ ਲਈ ਤੁਸੀਂ ਰਿਸਪੌਂਸਿਬਲ ਬਣਾਉਣਾ ਹੈ, ਰਾਈਟ? You have to question the governments, like what are you doing, right? How much funding are you giving to the programs that are promoting anti-racism? ਅਸੀਂ resilience BC network ਬਣਾਇਆ ਹੈਗਾ ਜਿਹੜਾ ਸਾਡਾ anti-racism network ਹੈ, ਜਿਹਦੇ 40 spokes ਹੈ, 40 organizations ਨੂੰ ਅਸੀਂ ਪੈਸਾ ਦਿੰਦੇ ਹੈਗੇ। ਪਰ ਉਹ we would like to know from you, we would like to know from the communities ਕਿ ਇਹ ਪੈਸਾ ਇਨਫ ਹੈਗਾ ਕਿ ਜਾਂ ਉਹ ਰਿਸੋਰਸਿਸ ਇਨਫ ਹੈਗੇ ਜਾਂ ਉਹ ਰਿਸੋਰਸਿਸ ਵਿੱਚ ਵਾਧਾ ਕਰਨ ਦੀ ਲੋੜ ਹੈ। ਜੇ ਰੇਸਿਜ਼ਮ ਵਧਿਆ ਹੈਗਾ, ਅਸੀਂ ਐਂਟੀ ਰੇਸਿਜ਼ਮ ਹੌਟਲਾਈਨ ਐਲਾਨੀ ਹੋਈ ਹੈ ਪਰ ਜਿਹੜੀ ਅਜੇ ਆਈ ਨਹੀਂ ਹੈਗੀ ਹੈ। ਆਈ ਥਿੰਕ ਕਿ ਉਹ ਜਲਦੀ ਤੋਂ ਜਲਦੀ ਆਉਣੀ ਚਾਹੀਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਆਵੇ ਔਰ ਹੈ ਕਿ ਮੋਰ ਚਰਚਾ, ਮੈਂ ਸਿਰਫ ਆਈ ਕਹੀ ਜਾਵਾਂ ਕਿ ਮੈਂ ਕੁਡੋਜ਼ ਲੈਂਦੀ ਰਵਾਂ, ਮੈਂ ਕਹਿੰਦੀ ਰਵਾਂ ਕਿ ਐਵਰੀਥਿੰਗ ਇਜ਼ ਫਾਈਨ, ਵੀ ਆਰ ਡੂਇੰਗ ਐਵਰੀਥਿੰਗ, ਨੋ, ਵੀ ਨੀਡ ਟੂ ਡੂ ਮੋਰ। ਬਹੁਤ ਕੁਝ ਹੋਇਆ ਹੈਗਾ, ਇੱਕ ਇੱਛਾ ਹੈਗੀ ਹੈ ਤਬਦੀਲੀ ਲਿਆਉਣ ਲਈ ਔਰ ਤਬਦੀਲੀ ਇੱਕ ਤਾਂ ਹੈ ਕਿ ਮੈਜਿਕ ਬੁਲਟ ਤਾਂ ਹੈ ਨਹੀਂਗਾ ਕਿ ਮੈਂ ਮੂੰਹ ਚੋਂ ਆਵਾਜ਼ ਕੱਢੀ ਜਾਂ ਵੈਕਸੀਨ, ਜਿਵੇਂ ਅਸੀਂ ਗੱਲ ਕੀਤੀ ਕਿ ਵੈਕਸੀਨ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਵੈਕਸੀਨ ਲਾਤਾ ਤਾਂ ਚੀਜ਼ ਖਤਮ ਹੋ ਜਾਏਗੀ। ਇਟਸ ਲਾਈਕ ਅ ਮਲਟੀ ਫੇਸੇਟਡ ਅਪਰੋਚ। ਫੰਡਿੰਗ ਇਜ਼ ਵਨ ਕੀ ਆਫ ਇਟ, the will to do bring the change, legislations ਜਿਹੜੇ ਮੈਂ ਕਿਹਾ ਆ ਰਹੇ ਹੈਗੇ ਹੈ, ਐਂਟੀ ਰੇਸਿਜ਼ਮ ਲੈਜਿਸਲੇਸ਼ਨ ਜਿਹੜਾ ਹੁਣ ਮਈ 'ਚ ਆਏਗਾ ਤੇ ਫਿਰ ਐਂਟੀ ਰੇਸਿਜ਼ਮ ਐਕਟ ਜਿਹੜਾ ਅਗਲੇ ਸਾਲ ਆ ਰਿਹਾ ਹੈਗਾ, this will help, right? ਪਰ ਨਾਲ ਹੀ ਨਾਲ resources for the communities to combat racism and more awareness। ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਅਵੇਅਰਨੈਸ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਉਹਦੇ ਲਈ ਬੇਸ਼ੱਕ ਉਹ ਕਰਿਕੂਲਮ ਚੇਂਜ ਕਰਨ ਦੀ ਗੱਲ ਹੋਵੇ, ਬੇਸ਼ੱਕ ਉਹ ਰਿਸੋਰਸਿਸ ਦੀ ਹੋਵੇ, ਬੇਸ਼ੱਕ ਉਹ ਅਵੇਅਰਨੈਸ ਕੈਂਪੇਨਸ ਦੀ ਹੋਵੇ। ਸੋ ਲਾਈਕ ਬਹੁਤ ਚੀਜ਼ਾਂ ਹੈਗੀਆਂ ਔਰ ਮੈਂ ਸਾਰਿਆਂ ਨੂੰ ਇਹ ਵੀ ਕਹੂੰਗੀ ਕਿ ਮੇਕ ਅਸ ਅਕਾਊਂਟੇਬਲ, ਲੈਟ ਅਸ ਨੋ ਕਿ ਕਿੱਥੇ ਅਸੀਂ ਜ਼ਿਆਦਾ ਅਸੀਂ ਚੰਗੀ ਗੱਲ ਕਰ ਰਹੇ ਹਾਂ, ਅਸੀਂ ਉਹਦੀ ਸਿਫਤ ਵੀ ਸੁਣਨਾ ਚਾਹਾਂਗੇ, ਪਰ ਜਿੱਥੇ ਖਾਮੀਆਂ ਰਹਿ ਗਈਆਂ ਅਸੀਂ ਉਹਦੇ ਬਾਰੇ ਵੀ ਸੁਣਨਾ ਚਾਹਾਂਗੇ। ਬਿਲਕੁਲ ਰਚਨ ਜੀ, ਥੈਂਕ ਯੂ ਸੋ ਮਚ। ਆਈ ਥਿੰਕ ਤੁਹਾਡੇ ਕੋਲ ਸਮਾਂ ਘੱਟ ਸੀ, ਮੈਂ ਫਿਰ ਵੀ ਤੁਹਾਡਾ ਬਹੁਤ ਸਮਾਂ ਲੈ ਗਈ ਅੱਜ ਇਸ ਟੌਪਿਕ ਤੇ। ਥੈਂਕ ਯੂ ਸੋ ਮਚ, ਤੁਸੀਂ ਆਏ ਸਟੂਡੀਓ ਦੇ ਵਿੱਚ। I really want to thank you, Sherry, to raise such an important issue ਔਰ ਤੁਹਾਡੇ ਜਿਹੜੇ ਕਾਲਰਸ ਹੈ ਉਹਨਾਂ ਦੀ ਵੀ ਧੰਨਵਾਦੀ ਹਾਂ ਕਿ ਉਹ ਵੀ ਇਸ ਚੀਜ਼ 'ਚ ਇੰਨਾ ਇੰਟਰਸਟ ਲੈ ਰਹੇ ਹਨ। They are being very responsible towards anti-racism। ਬਿਲਕੁਲ, ਸ਼ੁਕਰੀਆ। ਥੈਂਕ ਯੂ ਜੀ। ਸੋ ਰਚਨਾ ਸਿੰਘ ਜੀ ਤਾਂ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਇਸ ਸਾਰੀ ਗੱਲਬਾਤ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਸਮਝਣ ਵਾਲੀ ਹੈਗੀ ਹੈ ਵੀ ਇਹ ਬਿਮਾਰੀ ਲਾ ਇਲਾਜ ਤਾਂ ਹੈਗੀ ਹੈ, ਪਰ ਇਹਦਾ ਇਹ ਨਹੀਂ ਵੀ ਇਹਦੀ ਕੋਈ ਵੈਕਸੀਨ ਜਾਂ ਇਹਦੀ ਕੋਈ ਦਵਾਈ ਨਹੀਂ ਹੈ, ਉਹ ਸਾਡੇ ਸਾਰਿਆਂ ਦੇ ਕੋਲ ਹੈ। ਤੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਖਤਮ ਕਰਨ ਦੀ, ਘਟਾਉਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਸਾਰੇ ਮਿਲ ਕੇ ਕਰ ਸਕਦੇ ਹਾਂ। ਸੋ ਪਲੀਜ਼ ਇਹਦੇ ਉੱਤੇ ਜ਼ਰੂਰ ਗੌਰ ਕਰੋ ਔਰ ਜਦੋਂ ਵੀ ਇਸ ਮੁੱਦੇ ਦੇ ਉੱਤੇ ਗੱਲਬਾਤ ਹੁੰਦੀ ਹੈ, ਕਿਸੇ ਵੀ ਪਲੇਟਫਾਰਮ ਦੇ ਉੱਤੇ ਕੋਈ ਵੀ ਇਸ 'ਤੇ ਗੱਲਬਾਤ ਕਰ ਰਿਹਾ, ਉਹਦੇ 'ਤੇ ਪਾਰਟੀਸਪੇਟ ਜ਼ਰੂਰ ਕਰਿਆ ਕਰੋ, ਆਪਣੇ ਵਿਊਜ਼, ਆਪਣੀ ਰਾਏ ਰੱਖਿਆ ਕਰੋ, ਕਿਉਂਕਿ ਤੁਸੀਂ ਤੁਹਾਡੇ ਆਲੇ ਦੁਆਲੇ ਜੋ ਹੋ ਰਿਹਾ
ਤੁਹਾਡੇ ਬੱਚਿਆਂ ਨਾਲ ਜੋ ਹੋ ਰਿਹਾ ਤੁਸੀਂ ਕੰਮਾਂ ਕਾਰਾਂ ਤੇ ਜਾਣਦੇ ਹੋ, ਤੁਹਾਡੇ ਨਾਲ ਜੋ ਹੋ ਰਿਹਾ ਤੁਸੀਂ ਬੈਟਰ ਜਾਣਦੇ ਹੋ, ਤੇ ਉਹੀ ਰਿਪੋਰਟਾਂ ਜਦੋਂ ਬਾਹਰ ਆਉਂਦੀਆਂ ਨੇ ਤਾਂ ਪਤਾ ਲੱਗਦਾ ਵੀ ਇਹਦੀ ਹੁਣ ਦਵਾਈ ਚਾਹੀਦੀ ਹੈ, ਇਹ ਰਿਪੋਰਟ ਆਈ ਹੈ, ਯਾਨੀ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਬਾਰੇ ਸ਼ਾਇਦ ਜਿਹਦੇ ਨਾਲ ਨਹੀਂ ਵਾਪਰਿਆ ਉਹਨੂੰ ਨਹੀਂ ਪਤਾ ਹੋਏਗਾ। ਸੋ ਜ਼ਰੂਰ ਪਲੀਜ਼ ਗੱਲ ਕਰਿਆ ਕਰੋ, ਗੱਲ ਕਰਨ ਦੇ ਨਾਲ ਹੀ ਉਹਦਾ ਹੱਲ ਵੀ ਲੱਭਦਾ ਹੈ ਤੇ ਉਹਦੇ ਉੱਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਜਾ ਸਕਦੇ ਨੇ ਤਾਂ ਕਿ ਉਹਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾ ਸਕੇ। ਸੋ ਸਾਰੇ ਜਣੇ ਜਿਹੜਾ ਕੋਸ਼ਿਸ਼ ਕਰਿਆ ਕਰੋ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਜੇ ਕੋਈ ਇਸ ਮੁੱਦੇ ਨੂੰ ਉਭਾਰਿਆ, ਇਹਦੇ ਲਈ ਕਿਸੇ ਨਾ ਕਿਸੇ ਨਾਲ ਉਹ ਰੇਸਿਜ਼ਮ ਜਾਂ ਵਿਤਕਰਾ ਜਾਂ ਨਸਲੀ ਟਿੱਪਣੀ ਕਰ ਰਿਹਾ ਤਾਂ ਉਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਅਸੀਂ ਰੋਕੀਏ ਵੀ ਤਾਂ ਕਿ ਇਹ ਚੀਜ਼ ਖਤਮ ਕੀਤੀ ਜਾ ਸਕੇ। ਸੋ ਕੱਲ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।